ਵਾਹਿਗੁਰੂ ਸਾਹਿਬ ਜੀ। ਸਤਰ ਸੈ ਸਲਾਰ ਹੈ ਜਾ ਕੇ, ਸਵਾ ਲਾਖ ਪੈਕੰਬਰ ਤਾਕੇ। ਸਤਰ ਸੈ ਸਲਾਰ ਹੈ ਜਾ ਕੇ, ਸਵਾ ਲਾਖ ਪੈਕੰਬਰ ਤਾਕੇ। ਸ਼ੇਖ ਜੋ ਕਹੀ ਹੈ ਕੋਟ 88, ਛਪਨ ਕੋਟ ਜਾ ਕੇ ਖੇਲ ਖਾਸੀ। ਮੋਗ ਗਰੀਬ ਕੀ ਕੋ ਗੁਜਰਾਵੈ, ਮਜਲਸ ਦੂਰ ਮਹਿਲ ਕੋ ਪਾਵੈ ਰਹਾਉ। ਤਤੇਸ ਕਰੋੜੀ ਹੈ ਖੇਲ ਖਾਨਾ, 84 ਲੱਖ ਫਿਰੈ ਦੇਵਾਨਾ। ਬਾਬਾ ਆਦਮ ਕਉ ਕਿਛ ਨਦਰ ਦਿਖਾਈ, ਉਨ ਪੀ ਭਿਸਤ ਕਨੇਰੀ ਪਾਈ। ਦਿਲ ਖਲਹਲ ਜਾ ਕੇ ਜਰਦ ਰੂਬਾਨੀ, ਛੋੜ ਕਤੇਬ ਕਰੈ ਸ਼ੈਤਾਨੀ। ਦੁਨੀਆ ਦੋਸ਼ ਰੋਸ ਹੈ ਲੋਈ, ਆਪਣਾ ਕੀਆ ਪਾਵੈ ਸੋਈ। ਤੁਮ ਦਾਤੇ ਹਮ ਸਦਾ ਭਿਖਾਰੀ, ਦਿਓ ਜਵਾਬ ਹੋਏ ਬਜਗਾਰੀ। ਦਾਸ ਕਬੀਰ ਤੇਰੀ ਪਨਹਿ ਸਮਾਨਾ, ਭਿਸਤ ਨਜੀਕ ਰਾਖ ਰਹਿਮਾਨਾ। ਦਾਸ ਕਬੀਰ ਤੇਰੀ ਪਨਹਿ ਸਮਾਨਾ, ਭਿਸਤ ਨਜੀਕ ਰਾਖ ਰਹਿਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਤਤ ਪਾਵਨ ਭਗਤ ਵਸਲ, ਜੁਗੋ ਜੁਗ ਟਾਲ ਦੀਨ ਦੁਨੀਆ ਦੇ ਮਾਲਕ, ਗੁਰਗੱਦੀ ਤੇ ਸਭਾਏ ਮਾਨ। ਦਸਾਂ ਪਾਤਸ਼ਾਹਾਂ ਦੀ ਪਾਵਨ ਪਵਿੱਤਰ ਜੋਤ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ ਹੈ। ਸੋ ਕਲਯੁਗ ਜੀਵਾਂ ਦੇ ਆਧਾਰ ਕਰਨ ਵਾਸਤੇ ਸਤਿਗੁਰੂ ਜੀ ਪਾਵਨ ਪਵਿੱਤਰ ਗੁਰਬਾਣੀ ਦਾ ਉਪਦੇਸ਼ ਲੜੀਵਾਰ ਬਖਸ਼ਿਸ਼ ਕਰ ਰਹੇ ਹਨ। ਜੋ ਅਸੀਂ ਸਤਿਗੁਰੂ ਸਾਹਿਬ ਦੀ ਕਿਰਪਾ ਅਨੁਸਾਰ 1161 ਅੰਗ 'ਤੇ ਸਤਿਗੁਰੂ ਸਾਹਿਬ ਦੇ ਪਾਵਨ ਪਵਿੱਤਰ ਉਪਦੇਸ਼ ਦੀ ਸੰਗਤ ਕਰਨੀ ਹੈ। ਸਤਿਗੁਰੂ ਗਰੀਬ ਨਵਾਜ ਦੇ ਅਨੰਦ ਭਗਤ ਸ਼੍ਰੋਮਣੀ ਭਗਤ ਕਬੀਰ ਜੀਓ, ਜਿਨ੍ਹਾਂ ਨੇ ਗੁਰੂ ਕੀ ਬਾਣੀ ਦੇ ਵਿੱਚ ਕ੍ਰਾਂਤੀ ਗੁਰੂਕਾਰ ਰੂਪ ਪ੍ਰਗਟ ਕੀਤਾ ਹੈ। ਔਰ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਗੁਰੂ ਕੀ ਬਾਣੀ ਦੇ ਵਿੱਚ ਸੋ ਜਿਵੇਂ ਕਰਮਕਾਂਡਾਂ ਦੇ ਪ੍ਰਤੀ, ਬ੍ਰਾਹਮਣਵਾਦ ਦੇ ਪ੍ਰਤੀ ਅਤੇ ਹੋਰ ਸੋ ਵਿਸ਼ਿਆਂ ਵਕਾਰਾਂ ਦੇ ਪ੍ਰਤੀ ਭਗਤ ਕਬੀਰ ਜੀ ਪਿੱਛੇ ਬਚਨ ਕਰ ਚੁੱਕੇ ਹਨ। ਹੁਣ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਅਨੁਸਾਰ ਭਗਤ ਕਬੀਰ ਜੀ ਸੋ ਉਹਨਾਂ ਪ੍ਰੇਮੀਆਂ ਨੂੰ ਉੱਤਰ ਦੇ ਰਹੇ ਹਨ ਜਿਹੜੇ ਪੁੱਛਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਦੀ ਸਭਾ ਕਿੱਡੀ ਕਿਸ ਤਰ੍ਹਾਂ ਦੀ ਹੈ, ਉਹਦੀ ਸਭਾ ਵਿੱਚ ਕਿਸ ਤਰ੍ਹਾਂ ਜਾ ਕੇ ਬੇਨਤੀ ਕਰੀ ਜਾਂਦੀ ਹੈ, ਕਿਸ ਤਰ੍ਹਾਂ ਉਹਦੀ ਸਭਾ ਵਿੱਚ ਪਹੁੰਚਿਆ ਜਾਂਦਾ ਹੈ, ਔਰ ਕਿਹੜਾ ਤਰੀਕਾ ਹੈ ਉਹਦੀ ਸਭਾ ਵਿੱਚ ਪਹੁੰਚਣ ਦਾ, ਉਸ ਨਾਲ ਮਿਲਾਪ ਕਿਵੇਂ ਹੋ ਸਕਦਾ ਹੈ। ਭਗਤ ਕਬੀਰ ਜੀ ਦੱਸਦੇ ਹਨ ਭਾਈ ਉਹਦੀ ਸਭਾ ਦੇ ਵਿੱਚ ਕੌਣ ਕੌਣ ਹਨ। ਇਹ ਸਾਰਾ ਕੁਝ ਹੁਣ ਭਗਤ ਕਬੀਰ ਜੀ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਵਰਣਨ ਕਰਨਗੇ। ਸਤਰ ਸੈ ਸਲਾਰ ਹੈ ਜਾ ਕੇ। ਦੇਖੋ ਭਾਈ ਉਹਦਾ ਪਰਮਾਤਮਾ ਮੁਸਲਮਾਨਾਂ ਦੇ ਮਤ ਅਨੁਸਾਰ, ਭਗਤ ਕਬੀਰ ਜੀ ਕਹਿੰਦੇ ਮੁਸਲਮਾਨਾਂ ਦੇ ਮਤ ਅਨੁਸਾਰ ਸੋ ਮੁਹੰਮਦ ਕੋਲ ਜਿਹੜੀਆਂ ਅਜਰਾਈਲ ਫਰਿਸ਼ਤੇ ਰਾਹੀਂ ਕਤੇਬਾਂ ਭੇਜੀਆਂ ਸਨ, ਉਹਨਾਂ ਕਤੇਬਾਂ ਦੇ ਨਾਲ 70 ਪਾਵ ਕੇ 1700 ਨਾਲ ਸਰਦਾਰ ਭੇਜੇ ਗਏ। ਸਰਦਾਰ ਭੇਜੇ ਗਏ ਤਾਂ ਕਿ ਉਹਨਾਂ ਕਤੇਬਾਂ ਦੇ ਵਿੱਚ ਕੋਈ ਅਦਲਾ ਬਦਲੀ ਨਾ ਕੀਤੀ ਜਾਵੇ। ਇਸ ਕਰਕੇ ਉਸ ਮੁਸਲਮਾਨਾਂ ਦੇ ਮਤ ਅਨੁਸਾਰ 70,000 ਸਰਦਾਰ ਕਤੇਬਾਂ ਅਜਰਾਇਲ ਦੇ ਨਾਲ ਭੇਜੇ ਗਏ। ਸਵਾ ਲਾਖ ਪੈਕੰਬਰ ਤਾਕੇ। ਅਤੇ ਉਸ ਖੁਦਾ ਦੇ ਪਾਸ ਮੁਸਲਮਾਨਾਂ ਦੇ ਮਤ ਅਨੁਸਾਰ 1.25 ਲੱਖ ਪੈਕੰਬਰ ਹਾਜ਼ਰ ਨਾਜ਼ਰ ਰਹਿੰਦਾ ਹੈ।
ਹਰ ਵਕਤ ਉੱਥੇ ਰਹਿੰਦਾ ਹੈ। ਸ਼ੇਖ ਜੋ ਕਈ ਹੈ ਕੋਟ 88, ਜਿਸ ਪਰਮਾਤਮਾ ਦੇ ਦਰਬਾਰ ਵਿੱਚ 88 ਕਰੋੜ ਸ਼ੇਖ ਵੀ ਰਹਿੰਦੇ ਹਨ, ਜਿਹੜੇ ਬੜੇ ਬਜ਼ੁਰਗ ਕਹਿੰਦੇ ਹਨ ਕਿ ਬਜ਼ੁਰਗ ਅਵਸਥਾ ਵਿੱਚ ਹਨ, ਜਿਨ੍ਹਾਂ ਦੇ ਭਰਵੱਟੇ ਜਿਹੜੇ ਉਹ ਦਾੜੀਆਂ ਵਾਂਗ ਲਮਕੇ ਹੋਏ ਹਨ, ਬੜੀ ਬਜ਼ੁਰਗ ਅਵਸਥਾ ਵਿੱਚ ਹਨ, ਜਿਨ੍ਹਾਂ ਨੂੰ ਮੁਸਲਮਾਨ ਸ਼ੇਖ ਕਹਿ ਕੇ ਉਹਨਾਂ ਨੂੰ ਸਤਿਕਾਰਦੇ ਹਨ। ਉਹ 88 ਕਰੋੜ ਦੀ ਗਿਣਤੀ ਵਿੱਚ ਭਗਤ ਕਬੀਰ ਜੀ ਦੱਸਦੇ ਉਹਦੀ ਸਭਾ ਵਿੱਚ ਬੈਠੇ ਹਨ। ਮੁਸਲਮਾਨਾਂ ਦੇ ਮਤ ਅਨੁਸਾਰ 56 ਕੋਟ ਜਾ ਕੇ ਖੇਲ ਖਾਸੀ, ਤੇ 56 ਕਰੋੜ ਯਾਦਵ ਜਿਹੜੇ ਹਨ, ਖਾਸ ਨਾਲ ਖੇਲਣ ਵਾਲੇ ਲੜਕੇ, ਜਿਹੜੇ ਭਾਵ ਕਿ ਯਾਦਵ ਜਿਹੜੇ ਉੱਥੇ ਕੌਤਕ ਕਰਨ ਵਾਲੇ ਹਨ, ਉਹ 56 ਕਰੋੜ ਹਨ। ਸੋ ਇਹ ਉਹਦੀ ਸਭਾ ਦੇ ਵਿੱਚ, ਖੁਦਾ ਦੀ ਸਭਾ ਵਿੱਚ ਸਭ ਬੈਠੇ ਹਨ। ਮੋ ਗਰੀਬ ਕੀ ਕੋ ਗੁਜਰਾਵੇ, ਭਗਤ ਕਬੀਰ ਜੀ ਕਹਿੰਦੇ ਹਨ ਕਿ ਉਸ ਦੀ ਸਭਾ ਦੇ ਵਿੱਚ 1700 ਸਲਾਰ ਸਰਦਾਰ ਹਨ, 1.25 ਲੱਖ ਪੈਗੰਬਰ ਹਨ, 88 ਕਰੋੜ ਸ਼ੇਖ ਬਜ਼ੁਰਗ ਹਨ ਅਤੇ 56 ਕਰੋੜ ਯਾਦਵ ਭਾਵ ਕੇ ਲੜਕੇ ਹਨ। ਅਤੇ ਇਸ ਤਰੀਕੇ ਦੇ ਨਾਲ ਏਡੀ ਲੰਬੀ ਸਭਾ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਮੈਂ ਗਰੀਬ ਉਸ ਤਰੀਕੇ ਨਾਲ ਕਿਵੇਂ ਪਹੁੰਚ ਸਕਦਾ, ਕਿਵੇਂ ਉਸ ਤੱਕ ਪਹੁੰਚ ਕਰ ਸਕਦਾ ਹਾਂ। ਮਜਲਸ ਦੂਰ ਮਹਿਲ ਕੋ ਪਾਵੇ, ਇਸ ਕਰਕੇ ਭਾਈ ਉਹਦੀ ਮੰਜ਼ਿਲ ਜਿਹੜੀ ਬੜੀ ਕਠਿਨ ਹੈ, ਦੂਰ ਹੈ, ਭਾਵ ਕਿ ਬਹੁਤ ਦੂਰ ਹੈ। ਉਸ ਮਹਿਲ ਨੂੰ, ਉਸ ਸਭਾ ਨੂੰ ਕਿਵੇਂ ਪਾਇਆ ਜਾਵੇ, ਕਿਵੇਂ ਪ੍ਰਾਪਤ ਕੀਤਾ ਜਾਵੇ। ਵਿਸਰਾਮ ਦੇ ਕੇ ਭਗਤ ਕਬੀਰ ਜੀ ਬਚਨ ਕਰਦੇ ਹਨ, ਤੇ 33 ਕਰੋੜੀ ਹੈ ਖੇਲ ਖਾਨਾ, ਜਿਵੇਂ ਰਸੋਈ ਹੁੰਦੀ ਹੈ, ਰਸੋਈ ਦੇ ਵਿੱਚ ਵੱਖ-ਵੱਖ ਖਾਨੇ ਬਣੇ ਹੁੰਦੇ ਹਨ ਚੀਜ਼ਾਂ ਰੱਖਣ ਵਾਸਤੇ, ਇਸ ਤਰ੍ਹਾਂ ਉਸ ਪਰਮੇਸ਼ਰ ਦੀ ਸਭਾ ਦੇ ਵਿੱਚ ਵੱਖ-ਵੱਖ ਖਾਨੇ ਬਣੇ ਹਨ, ਜਿਸ ਦੇ ਵਿੱਚ 33 ਕਰੋੜ ਦੇਵੀ ਦੇਵਤੇ ਉਹਨਾਂ ਖਾਨਿਆਂ ਵਿੱਚ ਬੰਦ ਹਨ, ਭਾਵ ਕਿ ਉਹਨਾਂ ਖਾਨਿਆਂ ਵਿੱਚ ਰਹਿੰਦੇ ਵੱਖ-ਵੱਖ ਤਰੀਕੇ ਦੇ ਨਾਲ ਕੌਤਕ ਕਰਦੇ, ਰਿਧੀਆਂ ਸਿੱਧੀਆਂ ਦਿਖਾਉਂਦੇ, ਕਈ ਕੁਛ ਕਰਦੇ ਹਨ। ਇਹ ਉਹਦਾ ਖੇਲ ਖਾਨਾ ਹੈ ਪਰਮੇਸ਼ਰ ਵਾਹਿਗੁਰੂ ਦਾ। 84 ਲੱਖ ਫਿਰੈ ਦੇਵਾਨਾ, ਅਤੇ 84 ਲੱਖ ਜੂਨਾਂ ਹਨ। ਅੱਗੇ ਅੰਡਜ, ਜੇਰਜ, ਸੇਤਜ, ਉਪਜ, ਆਂਡਿਆਂ ਤੋਂ ਬਣਨ ਵਾਲੀਆਂ ਜੂਨਾਂ, ਜੇਰਜ ਜੇਰ ਤੋਂ ਬਣਨ ਵਾਲੀਆਂ ਜੂਨਾਂ, ਸੇਤਜ ਮੁੜਕੇ ਤੋਂ ਬਣਨ ਵਾਲੀਆਂ ਜੂਨਾਂ, ਉਤਪੋ ਜੜ ਤੋਂ ਬਣਨ ਵਾਲੀਆਂ ਜੂਨਾਂ, ਇਹ ਵੱਖ-ਵੱਖ ਪ੍ਰਕਾਰ ਦੀਆਂ ਜੂਨਾਂ ਇਹ ਵੀ ਉਹਦੀ ਸਭਾ ਵਿੱਚ ਆਉਂਦੀਆਂ ਹਨ, ਭਾਵ ਕਿ ਸਾਰੀਆਂ ਵੱਖ-ਵੱਖ ਸ਼ਕਲਾਂ, ਵੱਖ-ਵੱਖ ਪਦੈਸ਼, ਇਹ 84 ਲੱਖ ਜੂਨ ਸਾਰੇ ਜੋ ਦੀਵਾਨਾ ਭਾਵ ਕਿ ਮਸਤਾਨੀ ਹੋਈ ਫਿਰਦੀ ਹੈ, ਆਪੋ ਆਪਣੀ ਅਕਲ ਅਨੁਸਾਰ, ਸੋ ਮਸਤਾਨੀ ਆਪਣੇ ਕਰਮਾਂ ਅਨੁਸਾਰ ਮਸਤਾਨੀ ਹੋਈ ਫਿਰਦੀ ਹੈ। ਇਹ ਸਾਰਾ ਭਾਈ ਉਸ ਦਾ ਖੇਲ ਖਾਨਾ ਹੈ। ਬਾਬਾ ਆਦਮ ਕੋ ਕਿਛ ਨਦਰ ਦਿਖਾਈ, ਬਾਬਾ ਆਦਮ ਸ਼ਿਵ ਜੀ ਨੇ ਸੋ ਇਹਨਾਂ ਤੇ ਗਿਆਨ ਦ੍ਰਿਸ਼ਟੀ ਕਰਕੇ ਇਹਨਾਂ ਨੂੰ ਸਵਰਗ ਦੀ ਜਿਹੜੀ ਥਾਂ ਉਹ ਪ੍ਰਾਪਤ ਕਰਵਾਈ, ਪਰ ਇਹਨਾਂ ਨੇ ਸੋ ਇੱਕ ਛਲ ਵਿੱਚ ਆ ਕੇ ਅਨਾਜ ਦਾ ਦਾਣਾ ਖਾਣ ਕਰਕੇ ਇਹਨਾਂ ਨੂੰ ਥੱਲੇ ਧਰਤੀ ਤੇ ਅਦਨ ਟਾਪੂ ਵਿੱਚ ਡਿੱਗਣਾ ਪਿਆ। ਸੋ ਬਾਬਾ ਆਦਮ ਜੀ ਨੂੰ ਵੀ ਸੋ ਇਸ ਤਰੀਕੇ ਨਾਲ ਪਰਮੇਸ਼ਰ ਵਾਹਿਗੁਰੂ ਨੇ ਇੱਕ ਝਲਕ ਦਿਖਾਈ ਗਿਆਨ ਦੀ। ਉਨ ਵੀ ਭਿਸਤ ਕਨੇਰੀ ਪਾਈ, ਉਹਨੇ ਵੀ ਭਾਈ ਸਵਰਗ ਦੇ ਵਿੱਚ ਕਨੇਰਾ ਸੁੱਖ ਪ੍ਰਾਪਤ ਕੀਤਾ, ਭਾਵ ਕਿ ਕਾਫੀ ਚਿਰ ਰਹਿਣਾ ਕੀਤਾ। ਇਸ ਤਰ੍ਹਾਂ ਮਹਾਂਪੁਰਖਾਂ ਨੇ ਇਸ ਬਾਰੇ ਦੱਸਿਆ ਹੈ ਕਿ ਬਾਬਾ ਆਦਮ ਤੇ ਅਮਾ ਹਵਾ ਇਹ ਦੋਵੇਂ ਸਵਰਗ ਵਿੱਚ ਰਹਿੰਦੇ ਸਨ ਔਰ ਬੜੇ ਚਿਰ ਤੋਂ ਲੰਬਾ ਸਮਾਂ ਇਹਨਾਂ ਭੋਗ ਗਿਆ। ਇਹ ਦੇਵਤਿਆਂ ਦਾ ਉੱਥੇ ਅਸੂਲ ਹੈ ਕਿ ਜਿਹੜੇ ਭਾਈ ਆਤਮਿਕ ਤੌਰ ਤੇ ਉੱਥੇ ਸਵਰਗ ਵਿੱਚ ਸੁੱਖ ਮਾਣਦੇ ਹਨ, ਜੇਕਰ ਉਹਨਾਂ ਨੂੰ ਅਨਾਜ ਦੀ ਮੁਸ਼ਕ ਆ ਜਾਵੇ, ਅਨਾਜ ਖਾਣ ਲੱਗ ਪੈਣ, ਤੇ ਉੱਥੇ ਉਹ ਭ੍ਰਿਸ਼ਟੇ ਜਾਂਦੇ ਹਨ, ਭਾਵ ਕਿ ਉਹਨਾਂ ਕੋਲ ਬੋ ਆਉਣ ਲੱਗ ਪੈਂਦੀ ਹੈ। ਇਸ ਕਰਕੇ ਉਹਨਾਂ ਨੂੰ ਦੇਹ ਧਾਰ ਕਰਕੇ ਫਿਰ ਸਰੀਰ ਧਾਰਨ ਕਰਕੇ ਧਰਤੀ 'ਤੇ ਆਉਣਾ ਪੈਂਦਾ ਹੈ। ਇਸ ਕਰਕੇ ਸੋ ਕਾਮ ਜਿਹੜਾ ਹੈ, ਕਾਮ ਰੂਪ ਇਹਨੇ ਛਲਣ ਵਾਸਤੇ ਬਾਬੇ ਆਦਮ ਤੇ ਅਮਾ ਹਵਾ ਨੂੰ ਦੋਹਾਂ ਨੂੰ ਛਲਣ ਵਾਸਤੇ ਇੱਕ ਕੌਤਕ ਰਚਿਆ। ਇਹ ਬਾਲਕ ਦਾ ਰੂਪ ਧਾਰਨ ਕਰਕੇ ਤੇ ਜਾ ਕੇ ਇਹਨਾਂ ਦੇ ਕੋਲ ਰੋਣ ਲੱਗ ਪਿਆ। ਇਹਨਾਂ ਪੁੱਛਿਆ ਕੀ ਗੱਲ ਹੈ ਤੈਨੂੰ? ਕਹਿੰਦਾ ਮੈਂ ਇਸ ਕਰਕੇ ਰੋਣਾ ਹਾਂ ਕਿ ਤੁਹਾਨੂੰ ਪਰਮੇਸ਼ਰ ਨੇ ਸਭਾ 'ਚੋਂ ਹੁਣ ਕੱਢ ਦੇਣਾ, ਇੱਥੋਂ ਸਵਰਗ 'ਚੋਂ ਧਰਤੀ 'ਤੇ ਤੁਹਾਨੂੰ ਡਿੱਗਣਾ ਪੈਣਾ। ਕਹਿੰਦੇ ਕਿਉਂ, ਕਿਹੜੀ ਗੱਲੋਂ? ਕਹਿੰਦੇ ਹੋਰ ਕੋਈ ਬਚਾ ਨਹੀਂ, ਤੁਹਾਡਾ ਸਮਾਂ ਥੋੜ੍ਹਾ ਹੈ।
ਕਹਿੰਦੇ ਫਿਰ ਕੀ ਕੀਤਾ ਜਾਵੇ? ਕਹਿੰਦੇ ਜੇ ਤੁਸੀਂ ਆ ਕਣਕ ਦਾ ਦਾਣਾ ਖਾ ਲਓ ਨਾ ਤੇ ਇਹਦੇ ਨਾਲ ਤੁਹਾਡਾ ਬਚਾਅ ਹੋ ਸਕਦਾ, ਤੁਸੀਂ ਬਚ ਜਾਓਗੇ। ਇਸ ਤਰ੍ਹਾਂ ਉਹਨੇ ਛਲਿਆ। ਇਹਨਾਂ ਨੇ ਕੀ ਕੀਤਾ, ਉਹ ਕਣਕ ਦਾ ਛਿੱਟਾ ਜਿਹੜਾ ਸੀ ਉਹ ਲੈ ਗਿਆ ਸੀ ਕਾਮ ਬਾਲਕ ਦਾ ਰੂਪ ਧਾਰਨ ਕਰਕੇ। ਇਹ ਬਾਬਾ ਆਦਮ ਤੇ ਅਮਾ ਹਵਾ ਨੇ ਉਹਨਾਂ ਦੇ ਪਿੱਛੇ ਲਾ ਕੇ ਛਿੱਟਾ ਖਾ ਲਿਆ। ਇਸ ਕਰਕੇ ਇਹਨਾਂ ਨੂੰ ਅਦਨ ਟਾਪੂ ਦੇ ਵਿੱਚ ਜਦੋਂ ਇਹਨਾਂ ਨੂੰ ਫਿਰ ਸਤਿਗੁਰੂ ਸਾਹਿਬ ਨੇ ਕਿਹਾ ਵੀ ਹੁਣ ਤੁਸੀਂ ਅਨਾਜ ਖਾ ਲਿਆ ਹੈ, ਇਸ ਕਰਕੇ ਤੁਹਾਨੂੰ ਦੇਹ ਧਾਰਨ ਕਰਨੀ ਪੈਣੀ ਹੈ। ਇਹਨਾਂ ਨੇ ਇਹਨਾਂ ਦੀਆਂ ਦੇਹਾਂ ਬਣਾ ਕੇ ਇਹਨੂੰ ਅਦਨ ਟਾਪੂ ਵਿੱਚ ਪੈਦਾ ਕੀਤਾ, ਇੱਥੇ ਸੁੱਟਿਆ। ਅਮਾ ਹਵਾ ਇੱਕ ਥਾਂ ਤੇ ਦੂਰ ਤੇ ਦੂਸਰੇ ਥਾਂ ਤੇ ਆਦਮ ਬਾਬਾ ਆਦਮ ਡਿੱਗਿਆ। ਇਹਨਾਂ ਦੀ ਫਿਰ ਅਜਰਾਇਲ ਦੋਹਾਂ ਦਾ ਮਿਲਾਪ ਕਰਾਉਂਦਾ ਹੈ। ਕਈ ਇਸ ਤਰ੍ਹਾਂ ਵੀ ਕਹਿੰਦੇ ਹੈ ਕਿ ਰਾਮਚੰਦਰ ਜਿਹੜਾ ਬਾਬਾ ਆਦਮ ਸੀ ਤੇ ਸੀਤਾ ਜਿਹੜੀ ਅਮਾ ਹਵਾ ਸੀ, ਇਹਨਾਂ ਦਾ ਮਿਲਾਪ ਹਨੂਮਾਨ ਦੇ ਰੂਪ ਵਿੱਚ ਹੋਇਆ। ਇਸ ਤਰ੍ਹਾਂ ਵੀ ਕੋਈ ਕਰਦੇ ਹਨ, ਇਹ ਕਥਾਵਾਂ ਹਨ। ਪਰ ਸੋ ਇਹ ਉਨ ਪਿਸਤ ਕਨੇਰੀ ਪਾਈ ਬਾਬਾ ਆਦਮ, ਇਹ ਬਾਣੀ ਵਿੱਚ ਜਦੋਂ ਭਗਤ ਕਬੀਰ ਨੇ ਦੱਸੇ ਇਹਦੇ ਬਾਰੇ ਇੰਨੀ ਕਥਾਨਕਾ ਦੱਸਣੀ ਪੈਣੀ ਸੀ। ਇਸ ਕਰਕੇ ਸੋ ਭਗਤ ਕਬੀਰ ਜੀ ਕਹਿੰਦੇ ਉਸਨੇ ਵੀ ਸਵਰਗ ਦਾ ਕਾਫੀ ਸੁੱਖ ਭੋਗਿਆ ਸੀ, ਪਰ ਅਖੀਰ ਤੇ ਇਹਨੂੰ ਵੀ ਟਾਪੂ ਤੇ ਧਰਤੀ ਤੇ ਆਉਣਾ ਪਿਆ। ਦਿਲ ਖਲਹਲ ਜਾ ਕੇ ਜਰਦ ਰੂਬਾਨੀ, ਜਿਨ੍ਹਾਂ ਦੇ ਦਿਲ ਵਿੱਚ ਪਾਏ ਕਾਮ ਆਦਿਕ ਵਿਸ਼ਿਆਂ ਵਿਕਾਰਾਂ ਦੀ ਮੈਲ ਹੁੰਦੀ ਹੈ। ਜਿਹੜੇ ਕਾਮ ਭੋਗਦੇ ਹਨ ਮਨੁੱਖ, ਵਰਸ਼ਲ ਕਰਕੇ ਝੂਠ ਬੋਲ ਕੇ, ਸੋ ਜਿਹੜੇ ਇਹ ਲੋਕ ਕਾਮ ਭੋਗਦੇ ਹਨ। ਕਾਮ ਕ੍ਰੋਧ ਕਾਇਆ ਕੋ ਗਾਲ ਹੈ, ਜੋ ਕੰਚਨ ਸੁਹਾਗਾ ਟਾਲੇ। ਇਹ ਕਾਮ ਦੀ ਸੋ ਵਿਦਵਾਨ ਦੱਸਦੇ ਹੈ ਕਿ ਇਹ ਕਾਮ ਦਾ ਇਹ ਮਹਾਤਮ ਹੈ ਕਿ ਉਹ ਮਨੁੱਖ ਜਿਹੜਾ ਕਾਮ ਭੋਗਣ ਵਾਲਾ ਹੈ ਉਹਦੇ ਹੱਡ ਥੋਥੇ ਹੋ ਜਾਣੇ ਤੇ ਰੰਗ ਉਹਦਾ ਜਰਦੀ ਰੰਗ ਹੋ ਜਾਂਦਾ ਹੈ, ਜਿਵੇਂ ਕਿਸੇ ਖੂਨ ਕੱਢਿਆ ਹੁੰਦਾ ਹੈ। ਇਸ ਤਰ੍ਹਾਂ ਦਿਲ ਖਲ ਹਲ ਜਾ ਕੇ ਜਰਦ ਰੂਬਾਨੀ, ਭਾਵ ਕਿ ਜਿਨ੍ਹਾਂ ਦੇ ਅੰਦਰ ਵਿਸ਼ਿਆਂ ਵਿਕਾਰਾਂ ਕਾਮ ਕਰਿਆ ਦੀ ਖਲ ਮੱਚੀ ਹੋਈ ਆ ਨਾ, ਉਹਨਾਂ ਦਾ ਰੱਬ ਜਰਦੇ ਰੰਗ ਦਾ ਭਾਵ ਕਿ ਜਰਦ ਰੂਪ ਦਾ ਰੰਗ ਹੋ ਜਾਂਦਾ ਹੈ। ਛੋੜ ਕਤੇਬ ਕਰੈ ਸ਼ੈਤਾਨੀ, ਉਹ ਭਾਵੇਂ ਧਾਰਮਿਕ ਪੁਸਤਾਂ ਨੂੰ ਗ੍ਰੰਥਾਂ ਨੂੰ ਛੱਡ ਕੇ ਅਤੇ ਸੰਗਤ ਛੱਡ ਕੇ ਔਰ ਆਪਣੇ ਪੀਰ ਪਕੰਬਰਾਂ ਨੂੰ ਛੱਡ ਕੇ, ਪੀਰ ਪਕੰਬਰਾਂ ਦੇ ਗ੍ਰੰਥਾਂ ਨੂੰ ਛੱਡ ਕੇ ਤੋ ਸ਼ੈਤਾਨੀ ਭਾਵ ਕਿ ਚੰਚਲਤਾਈਆਂ ਉਹਨਾਂ ਦੇ ਮਨ ਕਰਦੇ ਹਨ। ਦੁਨੀਆ ਦੋਸ਼ ਰੋਸ ਹੈ ਸੋ ਲੋਈ, ਇਸ ਤਰ੍ਹਾਂ ਦੋਸ਼ ਤਾਂ ਦੁਨੀਆ ਦੇ ਲੋਕਾਂ ਵਿੱਚ ਹਨ, ਗੁੱਸਾ ਲੋਈ ਪ੍ਰਕਾਸ਼ ਰੂਪ ਪਰਮਾਤਮਾ ਵਿੱਚ ਕੋਈ ਦੋਸ਼ ਨਹੀਂਗਾ। ਇਹ ਜਿਹੜੇ ਦੋਸ਼ ਲੋਕਾਂ ਦੇ ਵਿੱਚ ਲੋਈ ਹੈ ਭਾਈ, ਲੋਕਾਂ ਦੇ ਵਿੱਚ ਦੋਸ਼ ਹਨ। ਪਰਮਾਤਮਾ ਤੇ ਰੋਸ ਨਹੀਂ ਕੀਤਾ ਜਾ ਸਕਦਾ, ਪਰਮਾਤਮਾ ਇਸ ਦੋਸ਼ ਪਰ ਲੋਕ ਆਪਣੇ ਕਰਮਾਂ ਦੇ ਕਰਕੇ ਕਲੰਕਿਤ ਹੁੰਦੇ ਹਨ। ਆਪਣਾ ਕੀਆ ਪਾਵੈ ਸੋਈ, ਇਹ ਲੋਕ ਜਿਹੜੇ ਆ ਆਪਣੇ ਵਿਸ਼ੇ ਵਿਕਾਰ ਕਰਮ ਕਰ ਕਰਕੇ, ਗੰਦੀਆਂ ਆਦਤਾਂ ਕਰ ਕਰਕੇ, ਸੰਗਤ 'ਚ ਬੈਠ ਕੇ ਆਪਣੀ ਆਤਮਾ ਨੂੰ ਕਲੰਕਿਤ ਕਰਦੇ ਹਨ ਤੇ ਫਿਰ ਇਹ ਦੁੱਖ ਪਾਉਂਦੇ ਹਨ ਤੇ ਇਹ ਦੋਸ਼ ਪਰਮਾਤਮਾ ਨੂੰ ਦਿੰਦੇ ਹਨ। ਆਪਣਾ ਕੀਆ ਪਾਵੇ ਕੋਈ, ਭਾਈ ਹਰ ਇੱਕ ਆਪਣਾ ਕੀਤਾ ਹੋਇਆ ਹੀ ਪਾਉਂਦਾ ਹੈ। ਤੁਮ ਦਾਤੇ ਹਮ ਸਦਾ ਭਿਖਾਰੀ, ਕਬੀਰ ਜੀ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ। ਤੁਸੀਂ ਦਾਤਾਂ ਦੇਣ ਵਾਲੇ ਦਾਤੇ ਹੋ, ਸੋਏ ਸਭ ਦਾਤਾਂ ਦੇਣ ਵਾਲੇ ਹੋ, ਔਰ ਕਲੰਕਤ ਨੂੰ ਵੀ ਤੁਸੀਂ ਬਖਸ਼ਣ ਵਾਲੇ ਹੋ, ਕਰਮੀਆਂ ਨੂੰ ਵੀ ਤੁਸੀਂ ਬਖਸ਼ਣ ਵਾਲੇ ਹੋ, ਸੰਗਤ ਵਿੱਚ ਮਨ ਲਾਉਣ ਵਾਲੇ ਤੁਸੀਂ ਹੋ, ਪਦਾਰਥਾਂ ਦੀਆਂ ਦਾਤਾਂ ਦੇਣ ਵਾਲੇ ਤੁਸੀਂ ਆ, ਸਭ ਤੋਂ ਵੱਡੀ ਨਾਮਦਾਤ ਦੀ ਦਾਨ ਦੇਣ ਵਾਲੇ ਵੀ ਤੁਸੀਂ ਹੋ। ਅਸੀਂ ਜਾਤਕ ਮੰਗੇ ਦਾਨ ਦੇ ਪਿਆਰਿਆ, ਦੇਵਨਹਾਰ ਦਤਾਰ ਨਿਤ ਚਤਾਰਿਆ, ਨਖੁੱਟਾਂ ਜਾਈ ਮੂਲ ਅਤੁਲ ਭੰਡਾਰਿਆ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਤੇਰਾ ਅਬਿਅੰਤ ਭੰਡਾਰਾ ਹੈ, ਤੁਸੀਂ ਦਾਤਾਂ ਦੇਣ ਵਾਲੇ ਦਾਤੇ ਹੋ। ਦਿਓ ਜਵਾਬ ਹੋਏ ਬਜਗਾਰੀ, ਜਵਾਬ ਦਿਓਗੇ ਤੇ ਤੁਹਾਡੇ ਤੇ ਦੋਸ਼ ਲੱਗੇਗਾ। ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਜੇ ਭਗਤ ਕਬੀਰ ਜੀ ਕਹਿੰਦੇ ਕਿ ਮੈਂ ਤੁਹਾਡੇ ਦਰ ਦੇ ਉੱਤੇ ਜਦੋਂ ਆ ਕੇ ਨਿਮਾਣਾ ਹੋ ਕੇ ਟਹਿ ਕੇ ਬੇਨਤੀ ਕਰਦਾ ਹਾਂ, ਜੇ ਤੁਸੀਂ ਮੋੜ ਦਿੱਤਾ, ਜਵਾਬ ਦਿੱਤਾ ਤੇ ਤੁਹਾਡੇ ਤੇ ਇਹ ਗੱਲ ਆਉਣੀ ਹੈ ਕਿ ਫਲਾਣਾ ਭਿਖਾਰੀ ਫਲਾਣਾ ਮੰਗਤਾ ਦਰ ਤੋਂ ਖਾਲੀ ਮੋੜ ਦਿੱਤਾ ਹੈ। ਇਸ ਕਰਕੇ ਇਹ ਬਜਗਾਰੀ ਅਸੀਂ ਦੋਸ਼ੀ ਨਹੀਂ ਹੋਵਾਂਗੇ, ਤੁਸੀਂ ਇਸ ਗੱਲ ਤੋਂ ਤੁਹਾਡੇ ਤੇ ਦੋਸ਼ ਆਵੇਗਾ। ਦਾਸ ਕਬੀਰ ਤੇਰੀ ਪਨਹਿ ਸਮਾਨਾ, ਇਹ ਸਤਿਗੁਰ ਸੱਚੇ ਪਾਤਸ਼ਾਹ ਕਬੀਰ ਦਾਸ ਆਪ ਜੀ ਦੀ ਸ਼ਰਨ ਵਿੱਚ ਸਮਾਇਆ ਪਿਆ ਹੈ, ਭਾਵ ਕਿ ਆਪਦੇ ਚਰਨਾਂ 'ਚ ਸਮਾਇਆ, ਪਨੇ ਸਮਾਨਾ ਆਪਦੇ ਚਰਨਾਂ 'ਚ ਸਮਾਇਆ ਹੋਇਆ ਹੈ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ। ਪਿਸਕ ਪਿਸਤ ਨਜੀਕ ਰਾਖ ਰਹਿਮਾਨਾ, ਸਾਡੇ ਵਾਸਤੇ ਜਿਹੜਾ ਸਵਰਗ ਹੈ ਨਾ, ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜਿਹੜਾ ਸਾਡੇ ਵਾਸਤੇ ਭੇਜਦਾ ਹੈ,
ਉਹ ਆਤਮਾ ਦਾ ਸੁੱਖ। ਆਤਮਾ ਦੇ ਸੁੱਖ ਨੂੰ ਅਸੀਂ ਸਵਰਗ ਕਹਿੰਦੇ ਹਾਂ। ਇਹ ਨਹੀਂ ਕਿ ਭਗਤ ਕਬੀਰ ਜੀ ਕਹਿੰਦੇ ਕੋਈ ਸਵਰਗ ਦੀ ਵੱਖਰੀ ਥਾਂ ਸੋ ਜਿਵੇਂ ਕਿ ਲੋਕ ਕਾਂਸ਼ੀ ਨੂੰ ਕਹਿੰਦੇ ਹੈ ਕਿ ਉੱਥੇ ਸਵਰਗ ਹੈ, ਜਾਂ ਪੁਰੀਆਂ ਨੂੰ ਕਹਿੰਦੇ ਉੱਥੇ ਸਵਰਗ ਹੈ। ਭਗਤ ਕਬੀਰ ਜੀ ਇਹਨਾਂ ਗੱਲਾਂ ਦੇ ਖੰਡਨ ਕਰਦੇ ਹਨ। ਕਬੀਰ ਜੀ ਕਹਿੰਦੇ ਜਿਹਦੀ ਆਤਮਾ ਨੂੰ ਸੁੱਖ ਹੈ। ਜਿਵੇਂ ਸੋ ਇੱਕ ਵਾਰ ਬਾਬਾ ਅਤਰ ਸਿੰਘ ਜੀ ਮਸਤੂਮਾਨ ਵਾਲੇ ਹਰਿਮੰਦਰ ਸਾਹਿਬ ਆਏ, ਔਰ ਇਸ ਤਰ੍ਹਾਂ ਮਹਾਂਪੁਰਖ ਆਏ। ਉਸ ਵਕਤ ਮੰਗਤੇ ਜਿਹੜੇ ਉਹ ਹਰਿਮੰਦਰ ਸਾਹਿਬ ਘੰਟਾ ਘਰ ਸਾਹਿਬ ਵਾਲੇ ਦੇ ਸਾਹਮਣੇ ਬਹੁਤ ਬੈਠੇ ਹੁੰਦੇ ਸਨ, ਲੈਣਾ ਲਾ ਕੇ, ਲੰਗੜੇ ਲੂਲੇ ਔਰ ਕਈ ਪ੍ਰਕਾਰ ਦੇ ਉਹਨਾਂ ਹੱਥ ਠੂਠੇ ਫੜੇ ਹੁੰਦੇ, ਤੇ ਅੱਗੇ ਅੱਗੇ ਠੂਠਾ ਕਰਕੇ ਕਹਿਣਾ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਹੁਣ ਦੇਵ ਦ੍ਰਿਸ਼ਟੀ ਵਾਲੇ ਮਹਾਂਪੁਰਖ ਬ੍ਰਹਮ ਗਿਆਨੀ ਸਤਿਕਾਰਯੋਗ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਵੇਖ ਕੇ ਤੇ ਬੜੀ ਗੰਭੀਰਤਾ ਨਾਲ ਵੇਖਣ ਲੱਗ ਪਏ। ਮੰਗਤਿਆਂ ਨੂੰ ਵੇਖ ਕੇ ਤੇ ਹੱਸਣ ਲੱਗ ਪਏ। ਕਹਿੰਦੇ ਲੈ ਮੂਰਖੋ, ਜੇ ਕਿਤੇ ਉਦੋਂ ਹੀ ਨਾਮ ਜਪ ਲੈਂਦੇ ਤੇ ਹੁਣ ਤੁਹਾਨੂੰ ਇਹ ਨਰਕ ਨਾ ਭੋਗਣਾ ਪੈਂਦਾ, ਕਿਉਂਕਿ ਨਰਕ ਫਿਰ ਇੱਥੇ ਹੋ ਗਿਆ ਨਾ। ਸੋ ਇਸ ਕਰਕੇ ਆਂਦੇ ਤੁਹਾਨੂੰ ਨਰਕ ਨਾ ਭੋਗਣਾ ਪੈਂਦਾ। ਵੇਖੋ ਹੁਣ ਤੁਹਾਨੂੰ ਫਿਰ ਵੀ ਉਹ ਪਰਮੇਸ਼ਰ ਦਾ ਸ਼ੁਕਰਾਨਾ ਕਰੋ ਤੁਸੀਂ ਕਿ ਤੁਹਾਨੂੰ ਇਹੋ ਜਿਹਾ ਨਰਕ ਦੇ ਕੇ ਵੀ ਪਰਮੇਸ਼ਰ ਆਪਦਾ ਨਾਮ ਜਪਾ ਕੇ ਸੁਖੀ ਕਰਨਾ ਚਾਹੁੰਦਾ ਹੈ। ਤਾਂ ਹੀ ਤੁਸੀਂ ਠੂਠਾ ਕਰਕੇ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਕਰ ਰਹੇ ਹਾਂ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਹਨ ਕਿ ਭਾਈ ਕੋਈ ਵੱਖਰੀ ਥਾਂ ਨਹੀਂ ਸਵਰਗ ਵਾਸਤੇ, ਇਹ ਆਤਮਾ ਦਾ ਸੁੱਖ ਹੈ। ਆਤਮਾ ਦਾ ਸੁੱਖ ਹੈ। ਇਸ ਨੂੰ ਸਵਰਗ ਦੀ ਪ੍ਰਾਪਤੀ ਇਹ ਨਹੀਂ ਕਿ ਉੱਚੀਆਂ ਜਾਤੀਆਂ ਵਾਲੇ ਜਿਹੜੇ ਧਨਾੜ ਲੋਕ ਉਹਨਾਂ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ, ਨੀਵੇਂ ਲੋਕਾਂ ਨੂੰ ਸਵਰਗ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਚੌਂ ਕੁੰਟ ਮਾਨੇ। ਭਗਤ ਕਬੀਰ ਜੀ ਕਹਿੰਦੇ ਨਾਮ ਜਪਣ ਵਾਲਾ ਉਹ ਭਾਈ ਹਰ ਪ੍ਰਕਾਰ ਦਾ ਸਵਰਗ ਮਾਣਦਾ ਹੈ। ਸਭ ਕੋਈ ਚੱਲਣ ਕਹਿਤ ਹੈ ਊਹਾਂ। ਸਾਰੇ ਭਾਈ ਵੇਖ ਲਓ, ਕਿਸੇ ਨੂੰ ਵੀ ਪੁੱਛ ਕੇ ਵੇਖ ਲਓ ਕਿ ਸਾਨੂੰ ਸੁੱਖ ਹੀ ਮਿਲਣਾ ਚਾਹੀਦਾ, ਸਾਨੂੰ ਸਵਰਗ ਮਿਲਣਾ ਚਾਹੀਦਾ। ਹਿੰਦੂਆਂ ਦੇ ਧਰਮ ਅਨੁਸਾਰ ਪੁਰੀਆਂ 'ਚ ਸਵਰਗ ਮੰਨੇ ਜਾਂਦੇ ਹਨ, ਤੇ ਮੁਸਲਮਾਨਾਂ ਦੇ ਧਰਮ ਅਨੁਸਾਰ 172 ਹੂਰਾਂ, ਅੰਗੂਰਾਂ ਦੀ ਸ਼ਰਾਬ, ਹੋਰ ਕਈ ਕੁਝ ਸਵਰਗ ਵਿੱਚ ਦੱਸਿਆ ਜਾਂਦਾ, ਬਿਸ਼ਤ ਦੱਸਿਆ ਜਾਂਦਾ ਕਿ ਉੱਥੇ ਜੀ। ਪਰ ਸੋ ਸਾਰਾ ਕੋਈ ਸਾਰੇ ਭਾਈ ਉਸ ਬੈਕੁੰਠ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ, ਜਿਹੜੇ ਭਾਈ ਮੁਸਲਮਾਨਾਂ ਦੀਆਂ ਕਿਤਾਬਾਂ ਵਿੱਚ ਅਤੇ ਹਿੰਦੂਆਂ ਦੇ ਗ੍ਰੰਥਾਂ ਵਿੱਚ ਲਿਖੇ ਹਨ। ਨਾ ਜਾਣੋ ਬੈਕੁੰਠ ਹੈ ਕਹਾਂ। ਪਰ ਭਗਤ ਕਬੀਰ ਮੈਂ ਨਹੀਂ ਜਾਣਦਾ ਕਿ ਇਹਨਾਂ ਦੇ ਦੱਸੇ ਹੋਏ ਜਿਹੜੇ ਸਵਰਗ ਤੇ ਬੈਕੁੰਠ ਕਿੱਥੇ ਹਨ। ਆਂਦੇ ਮੈਨੂੰ ਕੋਈ ਪਤਾ ਨਹੀਂ, ਮੈਂ ਨਹੀਂ ਦੱਸ ਸਕਦਾ ਕਿ ਹੁਸ਼ਿਆਰਪੁਰ ਨਾਲ ਜਲੰਧਰ ਹਨ, ਜਾਂ ਦਿੱਲੀ ਹਨ, ਜਾਂ ਮਥੁਰਾ ਹਨ, ਜਾਂ ਕਾਂਸੀ ਹਨ। ਮੈਂ ਨਹੀਂ ਦੱਸ ਸਕਦਾ। ਕਬੀਰ ਜੀ ਕਹਿੰਦੇ ਮੈਨੂੰ ਨਹੀਂ ਪਤਾ ਕਿ ਇਹਨਾਂ ਦੇ ਜਿਹੜੇ ਬਣਾਏ ਹੋਏ ਬੈਕੁੰਠ ਜਾਂ ਭਿਸ਼ਟ ਕਿੱਥੇ ਹਨ, ਸਵਰਗ ਕਿੱਥੇ ਹਨ। ਰਹਾਉ ਵਿਸਰਾਮ ਦੇ ਕੇ ਭਗਤ ਕਬੀਰ ਜੀ ਬਚਨ ਕਰ ਰਹੇ ਹਨ। ਆਪ ਕਾ ਮਰਮ ਨ ਜਾਣਾ। ਜੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਪਿਆਰੇ ਭਗਤ ਜੀ ਕਹਿੰਦੇ ਹੈ ਕਿ ਤੁਸਾਂ ਨੇ ਆਪਣੇ ਆਪ ਦਾ ਭਾਵ ਸਰੂਪ ਦੀ ਪ੍ਰਾਪਤੀ ਦਾ ਭੇਦ ਹੀ ਨਹੀਂ ਜਾਣਿਆ, ਆਪਣੇ ਆਪ ਨੂੰ ਜਾਣਿਆ ਨਹੀਂ ਕਿ ਅਸੀਂ ਕੀ ਹਾਂ, ਸਾਡੇ ਕਰਮ ਕੀ ਹਨ, ਅਤੇ ਅਸੀਂ ਕਿਸ ਤਰ੍ਹਾਂ ਹੰਤਾ ਨੂੰ ਮਮਤਾ ਨੂੰ ਦੂਰ ਕਰਨਾ, ਜੇ ਇਹ ਭੇਦ ਹੀ ਨਹੀਂ ਜਾਣਿਆ। ਬਾਤਾਂ ਨਹੀਂ ਬੈਕੁੰਠ ਬਖਾਨਾ। ਬਾਤਾਂ ਦੇ ਨਾਲ ਗੱਲਾਂ ਦੇ ਨਾਲ ਕੋਈ ਬੈਕੁੰਠ ਦੇ ਵਿੱਚ ਵਾਸਾ ਕਰਦਾ ਹੈ ਤੇ ਝੂਠ ਹੈ। ਕੋਈ ਬਾਤਾਂ ਦੇ ਨਾਲ ਸਵਰਗ ਵਿੱਚ ਜਾਂਦਾ ਹੈ, ਇਹ ਝੂਠ ਹੈ। ਕਹਿੰਦੇ ਜੇਕਰ ਅਸੀਂ ਆਪਣੇ ਹਿਰਦੇ ਨੂੰ ਸ਼ੁੱਧ ਨਾ ਕੀਤਾ, ਨਾਮ ਜਪ ਕੇ ਆਪਣੇ ਹਿਰਦੇ ਨੂੰ ਸਥਿਰ ਨਾ ਕੀਤਾ, ਆਪਣੀਆਂ ਵਾਸ਼ਨਾ ਨੂੰ ਮਾਰਿਆ ਨਾ, 5 ਆਪਣੀਆਂ ਇੰਦਰੀਆਂ ਨੂੰ ਸੋਧਿਆ ਨਾ, ਤੇ ਬਾਤਾਂ ਦੇ ਨਾਲ ਸੇ ਬੈਕੁੰਠ ਦੇ ਵਾਸੀ ਬਣੇ ਰਹੀਏ, ਸਭ ਝੂਠ ਹੈ। ਜਬ ਲਾਗ ਮਨ ਬੈਕੁੰਠ ਕੀ ਆਸ। ਕਬੀਰ ਜੀ ਕਹਿੰਦੇ ਜਦੋਂ ਇਹੋ ਜਿਹੀ ਆਸਾ ਰੱਖ ਕੇ, ਮਨ 'ਚ ਆਸ਼ਾਵਾਂ ਰੱਖ ਕੇ ਤੁਸੀਂ ਭਗਤੀ ਕਰੋਗੇ ਨਾ ਭਗਤੋ, ਜਦੋਂ ਇਹੋ ਜਿਹੀਆਂ ਮਨ ਵਿੱਚ ਫੁਰਨੇ ਰੱਖ ਕੇ ਆਸਾ ਕਰੋਗੇ ਕਿ ਮੈਂ ਬੈਕੁੰਠ ਨੂੰ ਪ੍ਰਾਪਤ ਕਰਨਾ ਹੈ, ਮੈਂ ਸ਼ਿਵਪੁਰੀ ਨੂੰ ਪ੍ਰਾਪਤ ਕਰਨਾ, ਮੈਂ ਬ੍ਰਹਮਪੁਰੀ ਨੂੰ ਪ੍ਰਾਪਤ ਕਰਨਾ ਹੈ, ਮੈਂ ਸਵਰਗਾਂ ਨੂੰ ਪ੍ਰਾਪਤ ਕਰਨਾ, 72 ਹੂਰਾਂ ਨੂੰ ਅਤੇ ਅੰਗੂਰਾਂ ਦੀ ਸ਼ਰਾਬ, ਉੱਥੇ ਬਹੁਤ ਕੁਛ ਮੁਸਲਮਾਨਾਂ ਦੇ ਗ੍ਰੰਥਾਂ ਅਨੁਸਾਰ ਮੈਂ ਇਹੋ ਜਿਹੇ ਸਵਰਗ ਪ੍ਰਾਪਤ ਕਰਨੇ ਹਨ। ਭਗਤ ਕਬੀਰ ਜੀ ਕਹਿੰਦੇ ਜਦੋਂ ਇਹੋ ਜਿਹੀ ਆਸਾ ਰੱਖ ਕੇ ਭਗਤੀ ਕਰੋਗੇ, ਤਬ ਲਾਗ ਨਾਹੀ ਚਰਨ ਨਿਵਾਸ। ਫਿਰ ਉਹਨਾਂ ਚਿਰ ਭਾਈ ਤੁਹਾਡਾ ਖੁਦਾ ਦੇ ਚਰਨਾਂ ਦੇ ਨਾਲ ਤੁਹਾਡਾ ਚਿੱਤ ਨਹੀਂ ਲੱਗੇਗਾ। ਤੁਸੀਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦੇ, ਤੁਸੀਂ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕਰ ਸਕਦੇ। ਆਪਣੇ ਮਨ ਦੇ ਵਿੱਚ ਚੰਚਲਤਾਈਆਂ ਨਹੀਂ ਖਤਮ ਕਰ ਸਕਦੇ, ਮਨ ਦਾ ਆਨੰਦ ਨਹੀਂ ਮਾਣ ਸਕਦੇ, ਮਨ ਨੂੰ ਵਿਸਰਾਮ ਨਹੀਂ ਦੇ ਸਕਦੇ। ਖਾਈ ਕੋਟ ਨਾ ਪਰਲ ਪਗਾਰਾ। ਭਗਤ ਕਬੀਰ ਜੀ ਕਹਿੰਦੇ ਕਿ ਜਿਹੜਾ ਤੁਸੀਂ ਬੈਕੁੰਠ ਕਲਪਿਆ ਹੈ, ਮਨ ਵਿੱਚ ਧਾਰਨ ਕੀਤਾ ਹੈ, ਮੈਨੂੰ ਉਸ ਬੈਕੁੰਠ ਦੀ ਕੋਈ ਖਾਈ ਭਾਵ ਕੇ ਨੀਂਵ ਨਹੀਂ ਦਿਸਦੀ, ਕੋਈ ਉਸ ਨੂੰ ਡੱਬਿਆ ਹੋਇਆ ਜਾਂ ਗਾਰੇ ਦਾ ਬਣਿਆ ਕੋਈ ਦਿਸਦਾ ਨਹੀਂ।
ਨਾ ਉਸ ਦਾ ਕੋਈ ਕਿਲਾ ਦਿਸਦਾ ਹੈ। ਨਾ ਜਾਣੋ ਬੈਕੁੰਠ ਦੁਆਰਾ, ਮੈਂ ਨਹੀਂ ਜਾਣਦਾ ਕਿ ਉਹ ਤੁਹਾਡੇ ਕਲਪੇ ਹੋਏ ਬੈਕੁੰਠ ਦਾ ਕਿਹੜਾ ਦੁਆਰਾ, ਕਿਹੜਾ ਦਰਵਾਜ਼ਾ ਹੈ ਜਿਹਦੇ ਵਿੱਚ ਦੀ ਲੰਘ ਕੇ ਉਸ ਬੈਕੁੰਠ ਵਿੱਚ ਜਾਇਆ ਜਾਵੇ। ਇਸ ਕਰਕੇ ਮੈਨੂੰ ਕੋਈ ਇਸ ਦਾ ਕੋਈ ਪ੍ਰਤੱਖ ਰੂਪ ਦਿਸਦਾ ਨਹੀਂ। ਕਹਿ ਕਮੀਰ ਅਬ ਕਹੀਏ ਕਾਹੇ। ਸੋ ਭਗਤ ਕਬੀਰ ਜੀ ਕਹਿੰਦੇ ਇਸ ਕਰਕੇ ਭਾਈ ਤੁਹਾਡੇ ਮਤ ਅਨੁਸਾਰ ਮੈਨੂੰ ਤਾਂ ਐਂ ਜਾਪਦਾ ਹੈ, ਸਾਡੇ ਮਤ ਅਨੁਸਾਰ ਮੈਨੂੰ ਇਹ ਜਾਪਦਾ ਹੈ ਕਿ ਤੁਹਾਡਾ ਕੋਈ ਬੈਕੁੰਠ ਨਹੀਂਗਾ, ਨਾ ਕੋਈ ਤੁਹਾਡਾ ਕੋਈ ਸਵਰਗ ਹੈ। ਇਹ ਤਾਂ ਤੁਸੀਂ ਮਨ ਦੇ ਕਲਪੇ ਹੋਏ ਹਨ, ਵੀ ਮਨ ਦੇ ਤੁਹਾਡੇ ਫੁਰਨੇ ਹਨ। ਇਹ ਕੋਈ ਪ੍ਰਤੱਖ ਰੂਪ ਦੇ ਵਿੱਚ ਕੋਈ ਗਾਰੇ ਦਾ ਬਣਿਆ, ਜਾਂ ਕੋਈ ਕਿਲੇ ਰੂਪ ਦੇ ਵਿੱਚ ਬਣਿਆ, ਕੋਈ ਜਾਂ ਕੋਈ ਕਿਸੇ ਸ਼ਹਿਰ ਵਿੱਚ ਬਣਿਆ, ਜਾਂ ਕਿਸੇ ਪੁਰੀ ਵਿੱਚ ਬਣਿਆ, ਕੋਈ ਉਹ ਦਿਸਦਾ ਨਹੀਂ। ਇਹ ਤਾਂ ਜਿਵੇਂ ਕਹਿੰਦੇ ਹਨ ਕਿ ਹਰੀਚੰਦ ਦੇ ਪੁਰੀਆਂ, ਹਰੀਚੰਦ ਦੀ ਪੁਰੀ, ਸ਼ਿਵਪੁਰੀ ਦੀ ਪੁਰੀ, ਬ੍ਰਹਮਪੁਰੀ ਦੀ ਪੁਰੀ, ਪਰ ਮਹਾਂਪੁਰਖ ਕਹਿੰਦੇ ਉੱਥੋਂ ਕਿਸੇ ਨੇ ਸੌਦਾ ਦਾ ਕੋਈ ਖਰੀਦ ਕੇ ਲਿਆਂਦਾ ਨਹੀਂ ਅੱਜ ਤੱਕ, ਨਾ ਕਿਸੇ ਨੇ ਦੱਸਿਆ ਹੈ। ਇਸ ਕਰਕੇ ਇਹ ਗੱਲਾਂ ਦਾ ਇਹ ਸੋ ਮਨ ਦੇ ਫੁਰਨਿਆਂ ਦੇ ਬਣੇ ਹੋਏ ਹਨ ਸਾਰੇ। ਇਸ ਤਰ੍ਹਾਂ ਕਲਪਿਆ ਹੈ ਤੁਸੀਂ ਬੈਕੁੰਠ ਹੈ। ਮੈਨੂੰ ਐ ਭਗਤ ਕਬੀਰ ਜੀ ਕਹਿੰਦੇ ਹੁਣ ਅਖੀਰਲੀ ਗੱਲ ਆਪਾਂ ਇਹ ਕਹਿਣੀ ਕਰੀਏ, ਸਾਧ ਸੰਗਤ ਬੈਕੁੰਠੇ ਆਹੇ। ਸਾਡੇ ਧਰਮ ਵਿੱਚ, ਸਾਡੇ ਗੁਰਮਤ ਵਿੱਚ, ਸਾਡੇ ਸਿਧਾਂਤ ਵਿੱਚ ਸਾਧ ਸੰਗਤ ਬੈਕੁੰਠ ਹੈ। ਬ੍ਰਾਹਮਣ ਜੀ ਅਤੇ ਮੁਸਲਮਾਨਾਂ ਨੂੰ ਸਾਰਿਆਂ ਨੂੰ ਉਪਦੇਸ਼ ਦੇ ਕੇ ਭਗਤ ਕਬੀਰ ਜੀ ਕਹਿੰਦੇ ਹਨ, ਦੇਖੋ ਮੇਰੇ ਨਾਲ ਬਹਿਸ ਵਾਦ ਨਾ ਕਰੋ। ਹਾਂ, ਇਹ ਸਾਡੇ ਜਿਹੜੇ ਮਤ ਅਨੁਸਾਰ, ਸਾਡੇ ਸਿਧਾਂਤ ਅਨੁਸਾਰ ਜਿਹੜੀ ਸਾਧ ਸੰਗਤ ਹੈ ਨਾ, ਉਹ ਬੈਕੁੰਠ ਹੈ। ਉਹ ਭਾਈ ਸਤ ਸੰਗਤ ਹੀ ਬੈਕੁੰਠ ਹੈ। ਤੂੰ ਲੀਜੈ ਗੜ ਬੰਕਾ ਭਾਈ। ਦੇਖੋ ਭਾਈ, ਮੈਨੂੰ ਇਹ ਗੱਲ ਪੁੱਛਣੀ ਹੈ ਕਿ ਇਹ ਜਿਹੜੇ ਦੇਹ ਹੈ ਅਗਿਆਨ ਦੇ ਕਾਰਨ, ਸੋ ਇਹ ਅਗਿਆਨ ਦੇ ਕਰ ਜੋ ਦੇਹ ਰਚੀ ਹੋਈ ਹੈ, ਸੋ ਇਹ ਦੇਹ ਭਾਈ ਇੱਕ ਕਿਲਾ ਸਮਝਣਾ ਕਰੋ। ਦੋਵਰ ਕੋਟ ਅਰ ਤੇਵਰ ਖਾਈ। ਔਰ ਇਸਦੇ ਦੁਆਲੇ ਜੇ ਵਪਰਜੇ ਦੋਹਰਾ ਕੋਟ ਹੈ। ਭਾਈ ਸਰੂਪ ਇਹ ਦੇਹ ਰੂਪੀ ਅਗਿਆਨ ਰੂਪੀ ਕਿਲੇ ਦੇ ਦੁਆਲੇ ਸੰਸੇ ਤੇ ਵਪਰਜੇ ਜਿਹੜੇ ਹਨ, ਇਹ ਦੋਹਰਾ ਕੋਟ ਹੈ। ਤੇ ਤੇਵਰ ਖਾਈ, ਮਾਇਆ ਦੇ ਜੋ ਤਿੰਨ ਗੁਣ, ਰਜੋਗੁਣ, ਸਤੋਗੁਣ ਤੇ ਤਮੋਗੁਣ ਹਨ, ਇਹ ਖਾਈ ਦੇ ਰੂਪ, ਤੇਰੀ ਖਾਈ ਭਾਵ ਕੇ ਦੇ ਦੁਆਲੇ, ਇਸ ਅਗਿਆਨ ਰੂਪੀ ਦੇਹ ਦੇ ਦੁਆਲੇ ਹੈ। ਬਸਰਾਮ ਦੇ ਕੇ ਭਗਤ ਕਬੀਰ ਜੀ ਬਚਨ ਕਰਦੇ ਹਨ, 5-25 ਮੋਹ ਮਦ ਮਤ ਸਰ। ਪੰਜ ਤੱਤ ਹਨ ਮੁੱਖ, ਪੰਜ ਤੱਤ ਜਿਵੇਂ ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ। ਇਹਦੇ ਗਾਂ 25 ਭਾਗ ਹਨ। ਤੇ ਮੋਹ ਦੇ ਮਤ ਤੇ ਮਦ ਤੇ ਮਤਸਰ, ਇਹ ਭਾਈ ਤਿੰਨ ਜਿਹੜੇ ਮੁੱਖ ਹਨ। ਮੋਹ, ਹੰਕਾਰ, ਈਰਖਾ, ਇਹ ਤਿੰਨ ਮੁੱਖ ਹਨ। ਇਹਦੇ ਦਰਵਾਜ਼ੇ ਹਨ, ਭਾਵ ਕਿ ਪੰਜ ਤੱਤ ਹਨ। ਪੰਜਾਂ ਤੱਤਾਂ ਦੇ ਪੰਜ ਭਾਗ ਹਨ। ਜਿਵੇਂ ਆਕਾਸ਼ ਹੈ, ਉਹਦੇ 'ਚ ਸ਼ੋਕ, ਕਾਮ, ਕ੍ਰੋਧ, ਮੋਹ, ਭੈ। ਵਾਯੂ ਹੈ, ਧਾਰਨਾ, ਪਸਾਰਨਾ, ਬਲਨ, ਚਲਨਾ, ਸਕੁੰਚਨਾ। ਇਤਨਾ ਅਗਨੀ, ਭੁੱਖ, ਨਿੰਦਰਾ, ਤ੍ਰਿਖਾ, ਕ੍ਰਾਂਤੀ, ਆਲਸ। ਜਲ ਜਿਵੇਂ ਹੈ, ਇਹਦੇ 5 ਭਾਗ ਹਨ। ਬੀਰਜ, ਲਾਲਾਂ, ਸਵੇਤ, ਪਸੀਨਾ ਜਿਹਨੂੰ ਕਿਹਾ ਜਾਂਦਾ, ਮੂਤਰ, ਲਹੂ ਆਦਿ। ਪ੍ਰਿਥਵੀ ਦੇ ਮੁੱਖ 5 ਭਾਗ ਹਨ, ਅਸਥੀ, ਹੱਡੀਆਂ, ਰੋਮ, ਤੁੱਚਾ, ਨਾੜੀ, ਮਾਸ। ਇਸ ਤਰ੍ਹਾਂ ਇਹ 5 ਭਾਗ ਹਨ ਪੰਜਾਂ ਤੱਤਾਂ ਦੇ। ਕੀ ਇਹ 5 ਪ੍ਰਕਿਰਤੀਆਂ ਹਨ। ਇਹ ਭਗਤ ਕਬੀਰ ਜੀ ਕਹਿੰਦੇ ਤੇ ਇਹਨਾਂ ਦੇ 3 ਜਿਹੜੇ ਹਨ ਮੁੱਖ ਦਰਵਾਜ਼ੇ ਹਨ। ਇਹ ਮੋਹ, ਹੰਕਾਰ ਤੇ ਈਰਖਾ, ਭਾਵ ਕਿ ਇਹ 3 ਮੁੱਖ ਦਰਵਾਜ਼ੇ ਹਨ। ਅਤੇ ਮਾਇਆ ਦੇ 3 ਗੁਣਾਂ ਦੀ ਇਹਦੇ ਦੁਆਲੇ ਖਾਈ ਹੈ। ਤਨਾ ਰਜੋਗੁਣ, ਤਮੋਗੁਣ, ਸਤੋਗੁਣ। ਆਡੀ ਪਰਮਲ ਮਾਇਆ। ਇਹਨਾਂ ਦੇ ਭਾਈ ਸੋ ਜਿਹੜੀ ਮਾਇਆ ਭਰੀ ਪ੍ਰਕਾਰ, ਬਹੁਤ ਬਲ ਵਾਲੀ, ਉਹ ਭਾਵੇਂ ਇਹਨੇ ਜਿਹੜੀ ਮਾਇਆ ਉਹ ਇਹਨਾਂ ਦੀ ਛਾਉਣੀ ਹੈ। ਛਾਉਣੀ ਜਿਵੇਂ ਫੌਜ ਦੀ ਛਾਉਣੀ ਬਣੀ ਹੁੰਦੀ ਹੈ, ਇਸ ਤਰ੍ਹਾਂ ਉਸ ਨੂੰ ਛਾਉਣੀ ਜਾਣਨਾ ਕਰੋ। ਜਨ ਕਬੀਰ ਕੋ ਜੋਰ ਨਾ ਪਹੁੰਚੈ। ਮੈਂ ਗਰੀਬ ਭਾਈ ਪਰਮੇਸ਼ਰ ਵਾਹਿਗੁਰੂ ਦਾਸ, ਉੱਥੋਂ ਤੱਕ ਪਹੁੰਚਣ ਦੀ ਬਲ ਨਹੀਂ ਪਹੁੰਚਦਾ। ਇੰਨਾ ਕੁਛ ਹੈ ਪਰਮੇਸ਼ਰ ਦੀ ਸਭਾ ਤੱਕ ਪਹੁੰਚਣ ਲਈ, ਮੇਰਾ ਬਲ ਨਹੀਂ ਪਹੁੰਚਦਾ। ਮੈਂ ਗਰੀਬ ਜਨ ਹਾਂ। ਕਹਾ ਕਰੋ ਰਘੁਰਾਇਆ। ਇਹ ਪਰਮੇਸ਼ਰ ਮੇਰੇ ਸਤਿਗੁਰੂ ਜੀ, ਮੈਂ ਹੁਣ ਕੀ ਕਰਾਂ, ਕਿਸ ਤਰ੍ਹਾਂ ਤੇਰੇ ਤੱਕ ਪਹੁੰਚਣਾ ਕਰਾਂ। ਕਾਮ ਕਿਵਾਰੀ ਦੁਖ ਸੁਖ ਦਰਵਾਨੀ। ਸੋ ਸਤਿਗੁਰ ਭਗਤ ਕਬੀਰ ਜੀ ਬਖਸ਼ ਕਰਦੇ, ਕਾਮ ਕੁਵਾਰੀ, ਕਾਮਨਾ ਰੂਪੀ ਕੁਵਾਰੀ ਤਖਤੇ ਲੱਗੇ ਹੋਏ ਹਨ। ਅਤੇ ਕਾਮ ਰੂਪੀ ਭਾਵ ਕੇ ਕੁਆਰੀ ਤਖਤੇ ਦੁੱਖ ਸੁਖ ਦਰਵਾਨੀ। ਦੁੱਖ ਸੁਖ 2 ਦਰਵਾਜ਼ੇ ਹਨ। ਦੁੱਖ ਸੋ 2 ਦਰਵਾਜ਼ੇ ਹਨ। ਪਾਪ ਪੁੰਨ ਦਰਵਾਜ਼ਾ। ਤੇ ਪਾਪ ਪੁੰਨ ਜਿਹੜਾ ਹੈ, ਸੋ ਇਹ ਭਾਈ ਜੀਵ ਨੂੰ
ਲੰਘਣ ਨਹੀਂ ਦਿੰਦੇ। ਪਾਪ ਉਹਨਾਂ ਰੂਪ ਜਿਹੜੇ ਦਰਵਾਜ਼ੇ ਹਨ ਇਹ ਲੰਘਣ ਨਹੀਂ ਦਿੰਦੇ। ਇਹ ਪਹਿਰੇਦਾਰ ਖਲੋਤੇ ਹਨ ਦੋ। ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ ਅਤੇ ਤਹਿ ਮਨ ਮਵਾਸੀ ਰਾਜਾ। ਉਸ ਅਸਤੂਲ ਦੇਹ ਨੂੰ ਕਿਲੇ ਵਿੱਚ ਸੋ ਵੱਡਾ ਆਕੀ ਉਸ ਅਸਤੂਲ ਦੇਹ ਰੂਪੀ ਕਿਲੇ ਵਿੱਚ ਵੱਡਾ ਜਿਹੜਾ ਉੱਥੇ ਮਤਲਬ ਹੁਕਮ ਚਲਾਉਣ ਵਾਲਾ ਹੈ, ਜਿਹੜਾ ਆਕੜ ਕੇ ਬੈਠਾ ਉਹ ਹੈ ਮਨ। ਉਹ ਰਾਜਾ ਆਕੜ ਕੇ ਆਕੀ ਹੋ ਕੇ ਬੈਠਾ ਹੈ। ਸਵਾਦ ਸੁਨਾਹਾ ਤੋਪ ਮਮਤਾ ਕੋ ਕਬੁੱਧ ਕਮਾਨ ਚੜਾਈ। ਮਨ ਰੂਪ ਰਾਜੇ ਨੇ ਵਿਸ਼ੇ ਸਵਾਦਾਂ ਨੂੰ ਰੂਪੀ ਸੁਨਾ ਸੰਜੋ ਪਹਿਨੀ ਹੋਈ ਹੈ। ਭਾਵ ਕਿ ਸਵਾਦਾਂ ਦੀ ਸੰਜੋ ਪਹਿਨੀ ਹੋਈ ਹੈ ਮਨ ਨੇ। ਮਨ ਰੂਪੀ ਰਾਜੇ ਨੇ ਜੋ ਵੱਡਾ ਆਕੀ ਹੋ ਕੇ ਇਹ ਅਗਿਆਨ ਰੂਪੀ ਨਾ ਸੂਖਮ ਸਰੀਰ ਦੇ ਵਿੱਚ ਇਹ ਮਨ ਰਾਜਾ ਆਕੀ ਹੋ ਕੇ ਜੋ ਬੈਠਾ, ਪ੍ਰਧਾਨ ਬਣ ਕੇ ਬੈਠਾ ਹੈ ਬੜਾ ਵੱਡਾ। ਸੋ ਉਹਨੇ ਜਿਹੜੀ ਸੁਨੋਹ ਪਹਿਨੀ ਹੋਈ ਆਪਣੇ ਬਚਾਅ ਵਾਸਤੇ, ਉਹ ਸਵਾਦਾਂ ਦੀ ਸੁਨੋਹ ਪਹਿਨੀ ਹੋਈ ਹੈ। ਮਮਤਾ ਅਤੇ ਸਵਾਦਾਂ ਦੀ ਸੁਨੋਹ ਪਹਿਨੀ ਹੋਈ ਹੈ। ਕਬੁੱਧ ਕਮਾਨ ਚੜਾਈ ਅਤੇ ਜਿਹੜਾ ਟੋਪ ਸਿਰ ਤੇ ਰੱਖਿਆ ਹੈ ਨਾ ਉਹ ਖੋਟੀ ਬੁੱਧੀ ਰੂਪ ਕਮਾਨ ਚੜਾਈ ਹੋਈ ਹੈ। ਤ੍ਰਿਸ਼ਨਾ ਤੀਰ ਰਹੇ ਘਟ ਭੀਤਰ ਇਉਂ ਗੱਡ ਲਿਓ ਨਾ ਜਾਈ। ਵਿਵੇਕ ਰੂਪੀ ਰਾਜੇ ਦੇ ਸ਼ਸਤਰਾਂ ਤੋਂ ਬਚਾਓ ਵਾਸਤੇ ਹਿਰਦੇ ਵਿੱਚ ਤ੍ਰਿਸ਼ਨਾ ਰੂਪੀ ਬਾਣ ਧਾਰ ਕੇ ਬੈਠੀ ਹੈ। ਬਾਈ ਇਹ ਸੂਖਮ ਸਰੀਰ ਤ੍ਰਿਸ਼ਨਾ ਰੂਪੀ ਬਾਣ ਧਾਰ ਕੇ ਵੀ ਬੈਠਾ ਹੈ। ਅਤੇ ਇਉਂ ਗੱਡ ਲਿਓ ਨਾ ਜਾਈ। ਔਰ ਇਸ ਤਰੀਕੇ ਨਾਲ ਅਗਿਆਨ ਰੂਪੇ ਕਿਲੇ ਨੂੰ ਭਾਈ ਜਿੱਤਿਆ ਨਹੀਂ ਜਾ ਸਕਦਾ। ਅਗਿਆਨ ਰੂਪੇ ਕਿਲੇ ਵਿੱਚ ਪਹੁੰਚਿਆ ਨਹੀਂ ਜਾ ਸਕਦਾ। ਕਬੀਰ ਜੀ ਬਚਨ ਕਰਦੇ, ਅੰਤਰੀ ਵੀ ਬਚਨ ਹਨ। ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ। ਦੇਖੋ ਭਾਈ ਹੁਣ ਧੰਨ ਗੁਰੂ ਜੀ ਹਨ ਜਿਨ੍ਹਾਂ ਨੇ ਸੋ ਇਸ ਕਿਲੇ ਦੇ ਵਿੱਚ ਪਹੁੰਚਣ ਵਾਸਤੇ ਯੁਕਤੀ ਦੱਸਦੇ ਹਨ। ਭਗਤ ਕਬੀਰ ਜੀ ਦੱਸਦੇ ਹਨ ਕਿ ਸਤਿਗੁਰੂ ਸਾਹਿਬ ਦੀ ਕਿਰਪਾ ਅਨੁਸਾਰ ਮੈਨੂੰ ਸੋਝੀ ਆਈ। ਗੁਰਮਤਿ ਦੀ ਸੋਝੇ ਸ੍ਰੇਸ਼ਟ ਬੁੱਧੀ ਰੂਪ ਤੋਪ ਵਿੱਚ ਮੈਂ ਪ੍ਰੇਮ ਰੂਪੀ ਪਲੀਤਾ ਪਾਇਆ ਅਤੇ ਸ੍ਰੇਸ਼ਟ ਗਿਆਤ ਰੂਪੀ ਹਵਾਈ ਕਰਕੇ ਮੈਂ ਬ੍ਰਹਮ ਗਿਆਨ ਰੂਪੇ ਗੋਲੇ ਨੂੰ ਚਲਾਉਣਾ ਕੀਤਾ। ਬ੍ਰਹਮ ਗਿਆਨ ਸਹਜੇ ਪਰ ਜਾਲੀ ਇੱਕ ਹੈ ਚੋਟ ਸਿਝਾਇਆ। ਬ੍ਰਹਮ ਅਗਨ ਸਹਜੇ ਪਰ ਜਾਲੀ ਇੱਕ ਹੈ ਚੋਟ ਸਝਾਇਆ। ਸੋ ਸਹਜੇ ਬ੍ਰਹਮ ਦ੍ਰਿਸ਼ਟੀ ਰੂਪੀ ਅਗਨੀ ਜਿਹੜੀ ਹੈ ਭਲੀ ਪ੍ਰਕਾਰ ਪ੍ਰਚਲਿਤ ਕੀਤੀ ਬ੍ਰਹਮ ਰੂਪੀ ਬ੍ਰਹਮ ਵਿਚਾਰਾਂ ਦੇ ਨਾਲ। ਪਰ ਬ੍ਰਹਮ ਗਿਆਨ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੇ ਹਿਰਦੇ ਵਿੱਚ ਜਦੋਂ ਹੀ ਪ੍ਰੇਮ ਰੂਪੀ ਪਲੀਤਾ ਆਪਣੀ ਵਿਵੇਕ ਬੁੱਧ ਨੂੰ ਬੁੱਧੀ ਸ੍ਰੇਸ਼ਟ ਬੁੱਧੀ ਨੂੰ ਲਾਉਣਾ ਕੀਤਾ, ਪ੍ਰੇਮ ਦਾ ਪਲੀਤਾ ਲਾਉਣਾ ਕੀਤਾ ਤੇ ਗਿਆਨ ਰੂਪੀ ਗੋਲਾ ਚਲਾਇਆ। ਉਸ ਵਕਤ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਕਿਰਪਾ ਕਰਕੇ ਬ੍ਰਹਮ ਰੂਪੀ ਅਗਨ ਸਾਡੇ 'ਚੋਂ ਪ੍ਰਗਟ ਕੀਤੀ। ਬ੍ਰਹਮ ਰੂਪੀ ਪ੍ਰਾਮ ਕੇ ਬ੍ਰਹਮ ਅਵਸਥਾ ਬਖਸ਼ਿਸ਼ ਕੀਤੀ। ਪਰ ਜਾਲੀ ਉਹਦੇ ਨਾਲ ਭਾਈ ਇਹ ਪ੍ਰਚਲਿਤ ਹੋਈ ਬ੍ਰਹਮ ਅਵਸਥਾ ਸਾਡੀ ਏਕੇ ਚੋਟ ਸਜਾਇਆ। ਇੱਕੇ ਚੋਟ ਦੇ ਨਾਲ ਹੀ ਇਹ ਗਿਆਨ ਰੂਪੀ ਅਗਿਆਨ ਦਾ ਬਣਿਆ ਹੋਇਆ ਕਿਲਾ ਢਹਿ ਢੇਰੀ ਕਰ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਇ ਦਰਵਾਜਾ। ਇਸ ਤਰ੍ਹਾਂ ਦੇਵੀ ਸਮਤਾ ਰੂਪ ਫੌਜ ਚੋਂ ਸਤ ਸੰਤੋਖ ਧਰਮ ਤੀਜ ਵਸਤ ਵਿਚਾਰ ਰੂਪ ਸੂਰਮੇ ਨਾਲ ਲੈ ਕੇ ਮੈਂ ਕਾਮ ਕ੍ਰੋਧ ਆਦਿ ਸ਼ਤਰੂਆਂ ਦੇ ਨਾਲ ਲੜਨ ਲੱਗਾ। ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੱਡ ਕੋ ਰਾਜਾ। ਕਬੀਰ ਜੀ ਕਹਿੰਦੇ ਸਾਧ ਸੰਗਤ ਅਤੇ ਪੂਰਨ ਗੁਰੂ ਦੀ ਕਿਰਪਾ ਦੇ ਨਾਲ ਇਹ ਸਰੂਰ ਰੂਪੀ ਕਿਲੇ ਦੇ ਮਨ ਰੂਪੀ ਰਾਜੇ ਨੂੰ ਅਸੀਂ ਪਕੜ ਕੇ ਨਾ ਤੇ ਜਕੜ ਲਿਆ। ਭਾਵ ਕਿ ਆਪਣੀ ਪਕੜ ਵਿੱਚ ਆਪਣੇ ਕੋਲ ਗ੍ਰਿਫਤਾਰ ਕਰ ਲਿਆ, ਇਹਨੂੰ ਆਪਣੇ ਪਕੜ ਲਿਆ, ਚੰਗੀ ਤਰ੍ਹਾਂ ਜਕੜ ਲਿਆ। ਭਗਵਤ ਭੀਰ ਸਖਤ ਸਿਮਰਨ ਕੀ ਘਟੀ ਕਾਲ ਭੈ ਫਾਸੀ। ਅਤੇ ਕੈਰ ਨੇ ਭਗਵੰਤ ਦੇ ਸਿਮਰਨ ਦੀ ਸ਼ਕਤੀ ਕਰਕੇ ਔਰ ਸਤ ਸੰਗਤ ਦੀ ਭੀੜ ਵਿੱਚੋਂ ਅਸੀਂ ਭਗਵੰਤ ਦੇ ਸਿਮਰਨ ਦੀ ਸ਼ਕਤੀ ਪ੍ਰਾਪਤ ਹੋਣ ਕਰਕੇ ਭੈ ਆਦਿ ਕਾਲ ਦੀ ਹੰਕਾਰ ਰੂਪੀ ਫਾਹੀ ਨੂੰ ਕੱਟ ਦਿੱਤਾ। ਦਾਸ ਕਮੀਰ ਚੜਿਓ ਗੱਡ ਉੱਪਰ ਰਾਜ ਲਿਓ ਅਬਿਨਾਸੀ। ਇਸ ਤਰੀਕੇ ਨਾਲ ਭਗਤ ਕਬੀਰ ਜੀ ਕਹਿੰਦੇ ਹਨ ਕਿ ਸਤਿਗੁਰ ਸਾਹਿਬ ਦੇ ਪੂਰੇ ਗੁਰੂ ਦੀ ਕਿਰਪਾ ਅਨੁਸਾਰ ਗੁਰੂ ਨਾਲ ਪ੍ਰੇਮ ਕਰਕੇ ਸਾਧ ਸੰਗਤ ਕਰਕੇ ਅਸੀਂ ਭਾਈ ਕਬੀਰ ਦਾਸ ਜੀ ਦੱਸਦੇ ਨੇ ਕਿ ਇਹ ਗਿਆਨ ਰੂਪੀ ਕਿਲੇ ਉੱਪਰ ਅਸੀਂ ਚੜ੍ਹ ਗਏ, ਭਾਵ ਜਿੱਤ ਲਿਆ ਅਤੇ ਅਬਿਨਾਸੀ ਉਪਰਾਮ ਹੋ ਕੇ ਪਰਮੇਸ਼ਰ ਇਸ ਸੰਸਾਰ ਦੇ ਵਿਸ਼ਿਆਂ ਵਕਾਂ ਤੋਂ ਉਪਰਾਮ ਹੋ ਕੇ ਪਦਾਰਥਾਂ ਤੋਂ ਉਪਰਾਮ ਹੋ ਕੇ ਅਸੀਂ ਭਾਈ ਉਹ ਪਰਮੇਸ਼ਰ ਵਾਹਿਗੁਰੂ ਦਾ ਬਲ ਲੈ ਕੇ
ਸੋ ਅਬਨਾਸੀ ਰਾਜ ਲੈਣਾ ਕੀਤਾ ਪਰਮੇਸ਼ਰ ਵਾਹਿਗੁਰੂ ਤੋਂ। ਗੰਗ ਗੁਸੈਣ ਗਹਿਰ ਗੰਭੀਰ, ਸੋ ਕਾਜ਼ੀਆਂ ਨੇ ਉਸੇ ਤਰ੍ਹਾਂ ਹੀ ਕੀਤਾ। ਪਰਮੇਸ਼ਰ ਦੀ ਕਿਰਪਾ ਨਾਲ ਗੰਗਾ ਦੀ ਅਜਿਹੀ ਲਹਿਰ ਆਈ। ਸੋ ਇਹ ਜਦੋਂ ਬਚਨ ਸੁਣੇ ਹਨ ਕਬੀਰ ਜੀ ਦੇ ਮੂੰਹੋਂ, ਉਸ ਵਕਤ ਉਸਨੇ ਜਦੋਂ ਕਬੀਰ ਜੀ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਭਾਈ ਇਹੋ ਜਿਹੀਆਂ 7 ਸੰਤੋਖ ਦੀਆਂ ਫੌਜਾਂ ਲੈ ਕੇ ਅਸੀਂ ਇਸ ਕਿਲੇ ਨੂੰ ਜਿੱਤਣਾ ਕੀਤਾ ਤੇ ਅਬਨਾਸੀ ਰਾਜ ਅਸੀਂ ਹਾਸਲ ਕਰ ਲਿਆ। ਉਸ ਵਕਤ ਕਾਜੀ ਦੇ ਬ੍ਰਾਹਮਣ ਜਿਹੜੇ ਸ਼ੰਕਾ ਕਰ ਗਏ ਭਗਤ ਕਬੀਰ ਤੇ, ਕਹਿੰਦੇ ਇਹ ਤਾਂ ਪੰਜਾਬ ਦਾ ਰਾਜ ਭਾਗ ਲੈਣ ਦੀ ਇੱਛਾ ਰੱਖਦਾ ਹੈ। ਇਸ ਕਰਕੇ ਉਹਨਾਂ ਨੇ ਜਾ ਕੇ ਉਸ ਵਕਤ ਦੇ ਜੋ ਰਾਜਾ ਸੀ ਉਸ ਨੂੰ ਦੱਸਣਾ ਕੀਤਾ ਕਿ ਕਬੀਰ ਜੀ ਦੇ ਮੂੰਹੋਂ ਰਾਜ ਲੈਣ ਦੀਆਂ ਗੱਲਾਂ ਸੁਣ ਕੇ ਬ੍ਰਾਹਮਣਾਂ ਨੇ ਜਾ ਕੇ ਸ਼ਿਕਾਇਤਾਂ ਕੀਤੀਆਂ ਕਿ ਜਿਹੜਾ ਹੈ ਕਬੀਰ ਇੱਕ ਜਲਾ ਹੋਣ ਦੇ ਕਾਰਨ ਨੀਚੀ ਜਾਤ ਦਾ ਆਦਮੀ ਹੈ, ਉਹ ਰਾਜ ਲੈਣ ਦੀਆਂ ਗੱਲਾਂ ਕਰਦਾ ਕਿ ਰਾਜ ਪ੍ਰਾਪਤ ਕਰਨਾ ਹੈ ਅਸੀਂ। ਇਹ ਗੱਲ ਸੁਣ ਕੇ ਬਾਦਸ਼ਾਹ ਨੇ ਸੋਚਿਆ ਸਮਝਿਆ ਨਹੀਂ, ਝਾਟੀ ਹੁਕਮ ਕਰ ਦਿੱਤਾ ਕਿ ਐਸਾ ਕਿਹੜਾ ਆਕੀ ਹੈ, ਕਬੀਰ ਨੂੰ ਫੜ ਕੇ ਤੇ ਗੰਗਾ ਵਿੱਚ ਸੁੱਟ ਦਿਓ, ਗੰਗਾ ਦੇ ਪ੍ਰਵਾਹ 'ਚ ਰੋੜ ਦਿਓ। ਕਾਜ਼ੀਆਂ ਨੇ ਉਸੇ ਤਰ੍ਹਾਂ ਹੀ ਕੀਤਾ। ਪਰਮੇਸ਼ਰ ਦੀ ਕਿਰਪਾ ਨਾਲ ਗੰਗਾ ਦੀ ਅਜਿਹੀ ਲਹਿਰ ਆਈ, ਜਿਹੜੀ ਜੰਜੀਰ ਦੇ ਨਾਲ ਕਬੀਰ ਬੱਧਾ ਹੋਇਆ ਸੀ ਉਹ ਜੰਜੀਰ ਟੁੱਟ ਗਈ। ਕਬੀਰ ਜੀ ਸੁੱਖ ਆਨੰਦ ਨਾਲ ਬਾਹਰ ਨਿਕਲ ਆਏ। ਫਿਰ ਮਹਿੰਦੀਆਂ ਪੁੱਛਣ ਤੇ ਕਬੀਰ ਜੀ ਸਾਰਾ ਹਾਲ ਸੁਣਾਉਂਦੇ ਹਨ। ਗੰਗ ਗੁਸੈਨ ਗਹਿਰ ਗੰਭੀਰ, ਵਿਸ਼ਨੂੰ ਮਹਾਰਾਜ ਦੀ ਗਸੈਨ ਜੋ ਗੰਗਾ ਹੈ ਇਹ ਗਹਿਰ ਡੂੰਗੀ ਗੰਭੀਰ ਹੈ, ਗਹਿਰ ਡੂੰਗੀ ਤੇ ਗੰਭੀਰ ਹੈ। ਜੰਜੀਰ ਬਾਂਧ ਕਰ ਖਰੇ ਕਬੀਰ, ਜੰਜੀਰ ਨਾਲ ਬੰਨ ਕੇ ਕਬੀਰ ਦੇ ਹੱਥ ਬਾਹਾਂ ਬੰਨ ਕੇ ਜੰਜੀਰਾਂ ਦੇ ਨਾਲ ਕਬੀਰ ਨੂੰ ਉਹ ਗੰਗਾ ਦੇ ਵਿੱਚ ਖੜਾ ਕਰ ਦਿੱਤਾ ਰੋੜਨ ਵਾਸਤੇ, ਡੋਬਣ ਵਾਸਤੇ। ਮਨ ਨਾ ਡਿੱਗੈ ਤਨ ਕਾਹੇ ਕਉ ਡਰਾਏ, ਉਸ ਵੇਲੇ ਮੇਰਾ ਮਨ ਜਿਹੜਾ ਸੀ ਡਾਵਾਂ ਡੋਲ ਨਾ ਹੋਇਆ, ਭਾਵ ਕਿ ਪਰਮੇਸ਼ਰ ਦੇ ਆਸੇ ਨੇ ਨਾਲ ਡਟ ਗਿਆ, ਖਲੋ ਗਿਆ, ਭਾਵ ਕਿ ਮੈਨੂੰ ਭੈ ਕੋਈ ਨਹੀਂ ਆਇਆ। ਭਗਤ ਜੀ ਵੀ ਕਬੀਰ ਜੀ ਕਹਿੰਦੇ ਜਦੋਂ ਮੈਨੂੰ ਜੰਜੀਰਾਂ ਨਾਲ ਬੰਨ੍ਹ ਕੇ ਗੰਗਾ 'ਚ ਕਾਜ਼ੀਆਂ ਨੇ ਰੋੜ ਦਿੱਤਾ, ਰੋੜਨ ਵਾਸਤੇ ਖਿਲਾਰ ਦਿੱਤਾ ਗੰਗਾ 'ਚ ਲਿਜਾ ਕੇ, ਉਸ ਵਕਤ ਮੇਰੇ ਮਨ ਨੂੰ ਕੋਈ ਡਾਵਾਂ ਡੋਲ ਭੈ ਰਤਾ ਜਿਨਾ ਨਹੀਂ ਆਇਆ। ਚਰਨ ਕਮਲ ਚਿਤ ਰਹਿਓ ਸਮਾਏ, ਮਨ ਡਿੱਗੇ ਤਨ ਕਾਹੇ ਕੋ ਡਰਾਏ, ਭਾਵ ਕਿ ਮੇਰਾ ਮਨ ਡਾਵਾਂ ਡੋਲ ਨਾ ਹੋਇਆ, ਮਨ ਨਹੀਂ ਡੋਲਿਆ ਤੇ ਫਿਰ ਮੈਂ ਤਨ ਆਪਣੇ ਨੂੰ ਕਿਹੜੀ ਗੱਲੋਂ ਡਰਾਉਣਾ ਸੀ, ਤਨ ਨੂੰ ਕਿਹੜੀ ਗੱਲੋਂ ਡਰ ਆਉਣਾ ਸੀ, ਕਿਉਂਕਿ ਮੈਂ ਚਰਨ ਕਮਲ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਨਾਲ ਆਪਣਾ ਚਿੱਤ ਟਿਕਾ ਲਿਆ, ਬਿਰਤੀ ਲਗਾ ਕੇ ਸਮਾਇਆ ਹੋਇਆ ਸੀ। ਰਹਾਓ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਭਗਤ ਕਬੀਰ ਜੀ ਕਹਿੰਦੇ ਹਨ ਕਿ ਸਤਿਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੰਗਾ ਦੀਆਂ ਜਦੋਂ ਲਹਿਰਾਂ ਵੱਜੀਆਂ ਉਸ ਵਕਤ ਜਿਹੜੀ ਜੰਜੀਰ ਵਿੱਚ ਮੈਨੂੰ ਬੰਨ੍ਹਿਆ ਹੋਇਆ ਸੀ ਉਹ ਜੰਜੀਰ ਟੁੱਟ ਗਈ, ਅਤੇ ਜੰਜੀਰ ਟੁੱਟਣ ਦੇ ਕਾਰਨ ਐਸੀ ਸਤਿਗੁਰੂ ਸਾਹਿਬ ਨੇ ਕਿਰਪਾ ਕੀਤੀ, ਇੱਕ ਪਾਣੀ ਦੇ ਉੱਤੇ ਮਿਰਗਸ਼ਾਲਾ ਭਾਵ ਕੇ ਵਿਛਾ ਦਿੱਤੀ, ਪਾਣੀ ਤੇ ਰੁੜੀ ਆਉਂਦੀ ਸੀ, ਉਸ ਮਿਰਗਸ਼ਾਲਾ ਤੇ ਮੈਨੂੰ ਚੁੱਕ ਕੇ ਬਿਠਾ ਦਿੱਤਾ। ਇਸ ਤਰ੍ਹਾਂ ਮੈਂ ਭਾਈ ਆਨੰਦ ਤੇ ਪ੍ਰੇਮ ਦੇ ਵਿੱਚ ਫਿਰ ਸਤਿਗੁਰੂ ਸਾਹਿਬ ਦੇ ਕੌਤਕਾਂ ਦੇ ਵਿੱਚ ਸਮਾ ਗਿਆ। ਮਿਰਗਸ਼ਾਲਾ ਪਰ ਬੈਠੇ ਕਬੀਰ, ਮਿਰਗਸ਼ਾਲਾ ਜਿਹੜੀ ਪਾਣੀ ਵਿੱਚ ਰੁੜੀ ਆਉਂਦੀ ਸੀ ਉਹਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਬੀਰ ਜੀ ਨੂੰ ਬਿਠਾ ਦਿੱਤਾ। ਕਹਿ ਕਬੀਰ ਕੋ ਸੰਗ ਨਾ ਸਾਥ, ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰੇ ਭਗਤ ਕਬੀਰ ਜੀ ਕਹਿੰਦੇ ਗੁਰਮੁਖ ਪਿਆਰਿਓ, ਕੋਈ ਵਿਪਤਾ ਵੇਲੇ ਕੋਈ ਸੰਗੀ ਸਾਥੀ ਸਾਥ ਨਹੀਂ ਦਿੰਦਾ, ਜੀਵ ਦੇ ਸੰਗ ਦਾ ਸਾਥੀ ਕੋਈ ਵੀ ਨਹੀਂਗਾ, ਜੀਵ ਦੇ ਅੰਤਲੇ ਸਮੇਂ ਕੋਈ ਸਾਥ ਨਹੀਂ ਦਿੰਦਾ। ਜਲ ਥਲ ਰਾਖਣ ਹੈ ਰਘੁਨਾਥ, ਜਲਾਂ ਥਲਾਂ ਵਿੱਚ ਵਿਪਤਾਵਾਂ ਵਿੱਚ ਮੁਸੀਬਤਾਂ ਵਿੱਚ ਇੱਕੋ ਇੱਕ ਪਰਮੇਸ਼ਰ ਵਾਹਿਗੁਰੂ ਹੀ ਰੱਖਿਆ ਕਰਦਾ ਹੈ, ਉਹੀ ਰੱਖਣ ਵਾਲਾ ਹੈ। ਵਾਹਿਗੁਰੂ ਸਾਹਿਬ ਜੀ। ਭੈਰੋ ਕਬੀਰ ਜੀਓ ਅਸ਼ਟਪਦੀ ਘਰ ਦੂਜਾ, ਇਕ ਓੰਕਾਰ ਸਤਿਗੁਰ ਪ੍ਰਸਾਦ, ਅਗਮ ਦਰਗਮ ਗੜ ਰਚਿਓ ਬਾਸ, ਜਾ ਮਹਿ ਜੋਤ ਕਰੇ ਪ੍ਰਗਾਸ, ਬਿਜਲੀ ਚਮਕੈ ਹੋਏ ਆਨੰਦ, ਜਿਹ ਪੌੜੇ ਪ੍ਰਭ ਬਾਲ ਗੋਬਿੰਦ, ਅਗਮ ਦਰਗਮ ਗੜ ਰਚਿਓ ਬਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆ ਦੇ ਵਾਲੀ, ਪਤਿਤ ਪਾਵਨ, ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ, ਵਾਲੀਏ ਕੁਲ ਆਲਮ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਪਾਵਨ ਨਿੱਘੀ ਗੋਦ ਅੰਦਰ ਸੁਭਾਏ ਮਾਨ, ਗੁਰੂ ਰੂਪ ਗੁਰੂ ਖਾਲਸਾ ਸਤਸੰਗੀ ਜਣੋ। ਆਪ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾਲਤਾ ਦਾ ਸਦਕਾ ਮੇਰੇ ਚੋਜੀ ਪ੍ਰੀਤਮ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹੋ ਕਰਕੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਆਗਾਧ ਬੋਧ ਕਥਾ, ਜੋ ਲੜੀਵਾਰ ਕਥਾ ਪ੍ਰਾਰੰਭ ਹੈ, ਸਰਵਣ ਕਰ ਰਹੇ ਹੋ। ਜੋ ਆਪ ਜੀ ਨੇ ਜਿਸ ਸ਼ਬਦ ਦੀਆਂ ਪੰਕਤੀਆਂ ਸਰਵਣ ਕੀਤੀਆਂ ਹਨ, ਇਹ ਭੈਰੋ ਰਾਗ ਦੀਆਂ ਅਸ਼ਟਪਦੀਆਂ ਇੱਥੋਂ ਭਗਤ ਕਬੀਰ ਜੀ ਭਗਤ ਬਾਣੀ ਦੀਆਂ ਆਰੰਭ ਕਰਦੇ ਹਨ। ਇੱਥੇ 2 ਅਸ਼ਟਪਦੀਆਂ ਆਉਣਗੀਆਂ। ਅਸ਼ਟਪਦੀ ਤੋਂ ਭਾਵ ਉਹ ਸ਼ਬਦ ਜਿਹੜਾ 8 ਪੌੜੀਆਂ ਵਾਲਾ ਹੋਵੇ। ਉਹ 2 ਸ਼ਬਦ ਇੱਥੇ ਭਗਤ ਕਬੀਰ ਜੀ ਭੈਰੋ ਰਾਗ ਦੀ ਭਗਤ ਬਾਣੀ ਵਿੱਚ ਉਚਾਰਨ ਕਰ ਰਹੇ ਹਨ। ਸੋ ਬੇਨਤੀ ਕੀਤੀ ਜਗਿਆਸੂਆਂ ਨੇ ਆਣ ਕਰਕੇ ਕਿ ਭਗਤ ਕਬੀਰ ਜੀ ਆਪ ਕਿਰਪਾਲਤਾ ਕਰਕੇ ਦੱਸੋ, ਉਹ ਜੋ ਪਰਮੇਸ਼ਰ ਵਾਹਿਗੁਰੂ ਹੈ, ਜਿਸ ਦੇ ਆਪ ਜੀ ਨੇ ਪਹਿਲਾਂ ਕਿਰਪਾ ਕਰਕੇ ਸਮਝਾਇਆ ਹੈ ਕਿ ਜਿਸ ਪਰਮੇਸ਼ਰ ਵਾਹਿਗੁਰੂ ਨੇ ਆਪ ਜੀ 'ਤੇ ਦਿਆਲਤਾ ਕੀਤੀ, ਜਿਸ ਸਮੇਂ ਤੁਹਾਨੂੰ ਰਾਜੇ ਨੇ ਗੰਗਾ ਦੀਆਂ ਲਹਿਰਾਂ ਦੇ ਹਵਾਲੇ ਕੀਤਾ, ਅੱਗ 'ਚ ਸੁੱਟਿਆ, ਫਿਰ ਇਸ ਤਰੀਕੇ ਦੇ ਨਾਲ ਹਾਥੀ ਦੇ ਅੱਗੇ ਸੁੱਟਿਆ, ਜਿਹੜੇ ਪਰਮੇਸ਼ਰ ਨੇ ਤੁਹਾਡੀ ਰੱਖਿਆ ਕੀਤੀ, ਉਹ ਪਰਮੇਸ਼ਰ ਵਾਹਿਗੁਰੂ ਤੁਹਾਨੂੰ ਪ੍ਰਾਪਤ ਕਿਸ ਤਰੀਕੇ ਨਾਲ ਹੋਇਆ ਹੈ, ਜਾਂ ਜੀ ਉਹ ਪਰਮੇਸ਼ਰ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ, ਉਹ ਕਿੱਥੇ ਰਹਿੰਦਾ ਹੈ। ਤਾਂ ਉਹ ਜਗਿਆਸੂ ਦੇ ਐਸੇ ਸਵਾਲ ਨੂੰ ਸੁਣ ਕਰਕੇ ਸੋ ਕਿਰਪਾ ਦੇ ਘਰ ਵਿੱਚ ਆਣ ਕਰਕੇ, ਕਿਉਂਕਿ ਜਗਿਆਸੂ ਮਹਾਤਮਾਵਾਂ ਪੁਰਖਾਂ ਦਾ ਸੁਭਾਅ ਹੈ, ਕਿਰਪਾਲਤਾ ਕਰਦੇ ਨੇ। ਉਹ ਇਹ ਜਾਣਦੇ ਨੇ, ਤਾਈਓ ਪਾਵਨ ਗੁਰਬਾਣੀ ਦਾ ਫਰਮਾਨ ਹੈ, ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧੂਆਂ ਦੀ ਸੰਗਤ ਵਿੱਚ ਘਾਲਣਾ ਨਹੀਂ ਘਾਲਣੀ ਪੈਂਦੀ। ਉਹਦਾ ਕਾਰਨ ਉਹ ਮਹਾਤਮਾ ਤਰਸ ਕਰਦੇ। ਤਰਸ ਦੀ ਬਿਰਤੀ ਕਿਉਂ ਹੈ? ਉਹ ਵਿਚਾਰ ਕਰਦੇ ਨੇ, ਕਦੀ ਅਸੀਂ ਪਰਮੇਸ਼ਰ ਵਾਹਿਗੁਰੂ ਅੱਗੇ ਬੇਨਤੀਆਂ ਕਰਦੇ ਸਾਂ, ਕਿਰਪਾਲੂ ਜੀ ਕਿਰਪਾਲਤਾ ਕਰ, ਕਿਤੇ ਸਾਡੇ ਤੇ ਰਹਿਮਤ ਕਰ, ਸਾਨੂੰ ਆਪਣੀ ਦੀਦਾਰ ਬਖਸ਼। ਸਾਨੂੰ ਇੰਨੀਆਂ ਮਿਹਨਤਾਂ ਬਾਅਦ ਪਰਮੇਸ਼ਰ ਨੇ ਕਿਰਪਾ ਕੀਤੀ ਏ। ਤੇ ਇਸੇ ਤਰੀਕੇ ਨਾਲ ਜਿਹੜਾ ਇਹ ਸਾਡੇ ਪਾਸ ਸਵਾਲ ਕਰਤਾ ਆਇਆ ਏ, ਜਾਂ ਭਾਈ ਕੋਈ ਅਭਿਮਾਨੀ ਵੀ ਹੋਵੇ, ਉਹਦਾ ਵੀ ਹੰਕਾਰ ਛਡਾ ਦਿੰਦੇ ਨੇ ਕਿਰਪਾ ਸਦਕਾ। ਕਾਰਨ ਇਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ, ਇਹਨੂੰ ਪਤਾ ਲੱਗੇ ਆਨੰਦ ਕੀ ਹੈ। ਇਸੇ ਤਰੀਕੇ ਨਾਲ ਜਦੋਂ ਜਗਿਆਸੂ ਆਉਂਦਾ ਹੈ, ਉਹਦੀ ਮਨ ਦੀ ਅਵਸਥਾ ਜਾਣ ਕਰਕੇ ਇਹ ਪਰਮੇਸ਼ਰ ਦੀ ਇੱਛਾ ਰੱਖਦਾ ਹੈ, ਜਿਹੜੀ ਕਦੀ ਅਸੀਂ ਰੱਖਦੇ ਹਾਂ। ਇਹ 'ਤੇ ਕਿਰਪਾ ਕਰੀਏ, ਇਹਨੂੰ ਪਤਾ ਲੱਗ ਜਾਵੇ ਪਰਮੇਸ਼ਰ ਦਾ ਅਸਲੀ ਗੋਹਜ ਭੇਦ ਕੀ ਹੈ। ਤਾਂ ਕਿਰਪਾਲਤਾ ਦੇ ਘਰ ਵਿੱਚ ਆਣ ਕਰਕੇ ਭਗਤ ਕਬੀਰ ਜੀ, ਸ਼੍ਰੋਮਣੀ ਭਗਤ ਕਬੀਰ ਜੀ ਸੋ ਆਪ ਬਖਸ਼ਿਸ਼ ਕਰ ਰਹੇ ਹਨ। ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੋੜ ਕਰਕੇ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਭੈਰੋ ਕਬੀਰ ਜੀਓ ਅਸ਼ਟਪਦੀ ਘਰ ਦੂਜਾ। ਸੋ ਭੈਰੋ ਰਾਗ ਦੇ ਅੰਦਰ ਭਗਤ ਕਬੀਰ ਜੀ ਇਹ ਅਸ਼ਟਪਦੀ 8 ਪਦਿਆਂ ਵਾਲਾ ਸ਼ਬਦ ਉਚਾਰਨ ਕਰ ਰਹੇ ਹਨ। ਦੂਸਰੇ ਘਰ ਸੁਰਤਾਲ ਦੇ ਵਿੱਚ ਇਹਨੂੰ ਗਾ ਰਹੇ ਹਨ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਆਰੰਭਤਾ ਤੋਂ ਪਹਿਲਾਂ ਮੰਗਲ ਕਰਦੇ ਨੇ। ਇੱਕ ਉਹ ਅਦਵੈਤ ਬ੍ਰਹਮ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਜਿਹੜਾ ਜਰੇ ਜਰੇ ਦੇ ਵਿੱਚ ਸਮਾਇਆ ਹੋਇਆ ਹੈ, ਜੋ ਅਚੁੱਤ ਪਰਮੇਸ਼ਰ ਵਾਹਿਗੁਰੂ, ਜਿਹਨੂੰ ਆਪਾਂ ਸੁਖੈਣ ਭਾਸ਼ਾ 'ਚ ਪੜ੍ਹਦੇ ਹਾਂ, ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਫਿਰ ਇਸੇ ਤਰੀਕੇ ਦੇ ਨਾਲ ਜਿਸ ਬਾਬਤ ਆਪਾਂ ਪੜ੍ਹਦੇ ਹਾਂ, ਜਿਮੀ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਬਾੜ ਹੈ ਨਾ ਘਾਟ ਹੈ, ਨਾ ਘਾਟ ਬਾੜ ਹੋਤ ਹੈ। ਐਸਾ ਜੋ ਪਰਮੇਸ਼ਰ ਵਾਹਿਗੁਰੂ ਸਾਰਿਆਂ ਦਾ ਪ੍ਰਕਾਸ਼ਕ ਹੈ, ਕਿਰਪਾਲਤਾ ਕਰਦੇ ਨੇ ਸਤਿਗੁਰ ਪ੍ਰਸਾਦ। ਭਾਈ ਪੂਰੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਜੀ। ਅਗਮ ਦੁਰਗਮ ਗਾੜ ਰਚਿਓ ਉਬਾਸ। ਸੋ ਕੀ ਜੀ ਉਹ ਪਰਮੇਸ਼ਰ ਸਵਾਲ ਸੀ ਕਿੱਥੋਂ ਪ੍ਰਾਪਤ ਹੋਵੇਗਾ? ਕਹਿੰਦੇ ਭਾਈ ਅਗਮ ਜੋ ਗਮਤਾ ਤੋਂ ਰਹਿਤ ਹੈ,
ਗਮ ਨਾਮ ਹੈ ਬੁੱਧੀ ਦਾ। ਜਿਹੜੀ ਬੁੱਧੀ ਹੈ ਉਹ ਤੋਂ ਪਰੇ ਜੋ ਹੈ, ਬੁੱਧੀ ਦੁਆਰਾ ਜਿਸ ਬਾਬਤ ਜਾਣਿਆ ਨਹੀਂ ਜਾਂਦਾ। ਜਿਵੇਂ ਇਵੇਂ ਕਹਿ ਲਈਏ ਕਿ ਬੁੱਧੀ ਰੂਪੀ ਤੱਕੜੀ ਰਹਿ ਕਰਕੇ ਵੇਦ ਤੇ ਸ਼ਾਸਤਰਾਂ ਦਾ ਵੱਟਾ ਪਾ ਕਰਕੇ, ਜਿਵੇਂ ਸੰਸਾਰ ਵਿੱਚ ਕੋਈ ਵਸਤੂ ਤੋਲਣੀ ਹੋਵੇ ਤੇ ਤੱਕੜੀ ਤੇ ਵੱਟੇ ਬੜੇ ਜ਼ਰੂਰੀ ਨੇ, ਇਸੇ ਤਰੀਕੇ ਦੇ ਨਾਲ ਜੇ ਕੋਈ ਆਪਣੀ ਬੁੱਧੀ ਨੂੰ ਤੱਕੜੀ ਬਣਾ ਕਰਕੇ ਵੇਦ ਸ਼ਾਸਤਰ ਗ੍ਰੰਥਾਂ ਦਾ ਵੱਟਾ ਲੈ ਕਰਕੇ ਤੇ ਇਹ ਵਿਚਾਰ ਕਰੇ ਮੈਂ ਪਰਮੇਸ਼ਰ ਤੋਲ ਲਵਾਂਗਾ ਕਿ ਰੱਬ ਕਿੱਡਾ ਕੁ ਹੈ, ਉਹ ਕਿੰਨਾ ਭਾਰਾ ਏ, ਕਿੰਨਾ ਚੌੜਾ ਹੈ, ਜਾਂ ਇਵੇਂ ਕਹਿ ਲਈਏ ਕਿ ਭਾਈ ਬੁੱਧੀ ਰੂਪੀ ਪੈਮਾਨੇ ਨਾਲ ਜੇ ਉਹਨੂੰ ਕੋਈ ਮਾਪਣਾ ਚਾਹਵੇ ਤੇ ਮਾਪ ਨਹੀਂ ਸਕਦਾ, ਉਹਨੂੰ ਕਹਿੰਦੇ ਨੇ ਅਗੰਮ। ਗਮ ਨਾਮ ਹੈ ਬੁੱਧੀ ਦਾ, ਅਗੰਮ ਜਿਹੜਾ ਗਮਤਾ ਦਾ ਵਿਸ਼ਾ ਨਹੀਂ। ਫਿਰ ਜਿਹੜਾ ਮਨ ਦੀ ਗਮਤਾ ਦੁਆਰਾ ਵੀ ਨਹੀਂ ਪਾਇਆ ਜਾ ਸਕਦਾ। ਜਿਹੜਾ ਮਨ ਵੇਖੋ ਜਿਸ ਬਾਬਤ ਆਪਾਂ ਪੜ੍ਹਦੇ ਹਾਂ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਈ ਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਐਸਾ ਜਿਹੜਾ ਮਨ ਜਿਹੜਾ ਮਿੰਟਾਂ ਸਕਿੰਟਾਂ ਵਿੱਚ ਦੇਸ਼ਾਂ ਤੇ ਪ੍ਰਦੇਸ਼ਾਂ ਦਾ ਭ੍ਰਮਣ ਕਰਕੇ ਮੁੜ ਆਉਂਦਾ ਹੈ, ਉਸ ਮਨ ਦੀ ਗਮਤਾ ਦਾ ਵਿਸ਼ਾ ਨਹੀਂ ਹੈ ਪਰਮੇਸ਼ਰ, ਜਿਹੜਾ ਉਸ ਤੋਂ ਪਰੇ ਹੈ। ਫਿਰ ਦੁਰਗਮ ਕੀ ਹੈ ਜੀ? ਇਹ ਜਿਹੜਾ ਸਰੀਰ ਹੈ ਉਹ ਪਰਮੇਸ਼ਰ ਜਿਹੜਾ ਮਨ ਦੀ ਗਮਤਾ ਦਾ ਵਿਸ਼ਾ ਨਹੀਂ ਸੀ, ਜਿਹੜਾ ਬੁੱਧੀ ਦਾ ਵਿਸ਼ਾ ਨਹੀਂ ਸੀ। ਭਾਈ ਭਗਤ ਕਬੀਰ ਜੀ ਕਹਿੰਦੇ ਉਹਨੂੰ ਇਸ ਮਨ ਦੁਆਰਾ ਪ੍ਰੇਮਾ ਭਗਤੀ ਕਰਕੇ ਇਸ ਸਰੀਰ ਨਾਲ ਪਾਲਿਆ। ਕਿਉਂ ਜੀ? ਤੁਸੀਂ ਤੇ ਨਾਲ ਕਹਿ ਰਹੇ ਹੋ ਦੁਰਗਮ ਕਿ ਬੜਾ ਕਠਨ, ਇਹ ਸਰੀਰ ਵਿੱਚ ਪਾਉਣਾ। ਕਠਨ ਕਿੱਥੇ ਹੈ? ਇਹ ਸਰੀਰ ਵਿੱਚ। ਕਿਉਂ ਜੀ? ਅੱਖਾਂ ਨੂੰ ਵੇਖਣ ਦੀ ਚਾਹਤ ਲੱਗੀ ਹੋਈ ਹੈ, ਜ਼ਬਾਨ ਨੂੰ ਰਾਸਕਸਾਂ ਦੇ ਜਿਹੜੇ ਨਿਰਣੇ ਨੇ ਉਹ ਕਰਨ ਦੀ ਚਾਹਤ ਲੱਗੀ ਹੋਈ ਹੈ, ਕੰਨ ਸਦਾ ਵਾਸਤੇ ਭੈੜੇ ਲਫ਼ਜ਼ ਸੁਣਨ ਵਿੱਚ, ਨਿੰਦਿਆ ਤੇ ਚੁਗਲੀ ਨੂੰ ਸੁਣਨ ਵਿੱਚ ਹੀ ਲੱਗੇ ਹੋਏ ਹਨ। ਫਿਰ ਇਸ ਤਰੀਕੇ ਦੇ ਨਾਲ ਜਿਹੜੇ ਹੱਥ ਨੇ ਉਹਨਾਂ ਨੂੰ ਵਕਾਰਾਂ ਵਾਲੇ ਕੰਮ ਕਰਕੇ ਬੜੀ ਸ਼ਾਂਤੀ ਮਿਲਦੀ ਹੈ, ਪੈਰ ਕੁਸੰਗਤ ਵੱਲ ਨੂੰ ਚੱਲ ਕਰਕੇ ਬੜੇ ਖੁਸ਼ ਹੁੰਦੇ ਹਨ। ਇਵੇਂ ਜਿਹੜੀਆਂ ਨਾਸਕਾਂ ਹਨ ਇਹ ਭੈੜੀ ਸੁਗੰਧੀ ਨੂੰ ਸੁੰਘ ਕਰਕੇ ਬੜੀਆਂ ਖੁਸ਼ ਹੁੰਦੀਆਂ ਹਨ। ਇਸ ਤਰੀਕੇ ਦੇ ਨਾਲ ਇਹ ਜਿਹੜਾ ਦੁਰਗਮ ਕਠਨ ਕਾਰੇ, ਦੁਰਗਮ ਦਾ ਭਾਵ ਜਿਹੜਾ ਬੜਾ ਕਠਨ ਸੀ ਇਹ ਸਰੀਰ, ਜਿਨਨੇ ਪਰਮੇਸ਼ਰ ਵਾਹਿਗੁਰੂ ਦੇ ਨਾਲੋਂ ਮਲਾਪੀ ਹੋਣ ਤੋਂ ਪਰੇ ਕੀਤਾ ਹੋਇਆ ਸੀ, ਐਸੇ ਦੁਰਗਮ ਸਰੀਰ ਵਿੱਚ ਉਹ ਜੋ ਗਮਤਾ ਤੋਂ ਰਹਿਤ ਪਰਮੇਸ਼ਰ ਹੈ ਉਸਨੇ ਗੜ ਰਚਿਓ ਭਾਸ, ਉਸਨੇ ਇਹ ਗੜ ਕਿਹੜਾ ਰਚਨਾ ਕੀਤਾ ਹੈ ਭਾਈ ਆਪ। ਜਾ ਮਹਿ ਜੋਤ ਕਰੇ ਪ੍ਰਗਾਸ। ਸੋ ਉਹਦੇ ਵਿੱਚ ਹੀ ਤੂੰ ਸਿੱਖਾ ਪੁੱਛਦਾ ਹੈ ਰੱਬ ਕਿੱਥੇ ਵਸਦਾ ਹੈ, ਜਗਿਆਸੂ ਪੁੱਛਦਾ ਹੈ ਰੱਬ ਕਿੱਥੇ ਹੈ। ਭਗਤ ਕਬੀਰ ਜੀ ਕਹਿੰਦੇ ਹੈ ਤੇ ਸਰੀਰ ਬੜਾ ਕਠਨ ਹੀ ਏ, ਪਰ ਤੈਨੂੰ ਭੇਦ ਦੀ ਗੱਲ ਦੱਸਦੇ ਹਾਂ, ਪਰਮੇਸ਼ਰ ਵਸਦਾ ਇਸ ਸਰੀਰ ਦੇ ਅੰਦਰ ਹੈ। ਕਿਉਂ? ਜਾ ਮਹਿ ਜੋਤ ਕਰੇ ਪ੍ਰਗਾਸ। ਜਿਸ ਸਰੀਰ ਦੇ ਵਿੱਚ ਹੈ ਕਠਨ, ਇਹਦੇ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਤੇ ਬੜੀ ਔਖੀ, ਦੁਰਗਮ ਤਾਂ ਹੈ। ਇਹ ਸਰੀਰ ਦੇ ਹਰ ਇੱਕ ਇੰਦਰੇ ਦਾ ਆਪਣਾ ਵਿਸ਼ਾ ਹੈ, ਹਰ ਇੱਕ ਇੰਦਰਾ ਆਪਣੇ ਵਿਸ਼ੇ ਵਿੱਚ, ਗਿਆਨ ਇੰਦਰੇ ਆਪਣੇ ਵਿਸ਼ਿਆਂ ਵਿੱਚ ਜੁੜੇ ਹੋਏ ਨੇ, ਕਰਮ ਇੰਦਰੇ ਆਪਣੇ ਵਿਸ਼ਿਆਂ ਵਿੱਚ ਜੁੜੇ ਹੋਏ ਨੇ। ਸਾਰਿਆਂ ਨੂੰ ਆਪੋ ਆਪਣਾ ਵਿਸ਼ਾ ਪਿਆਰਾ ਲੱਗਦਾ, ਜਿਸ ਕਰਕੇ ਉਹਨਾਂ ਨੂੰ ਸੰਸਾਰਕ ਤੌਰ ਤੇ, ਜਿਹਨੂੰ ਆਪਾਂ ਗ੍ਰੰਥਾਂ 'ਚ ਪੜ੍ਹਦੇ ਵਿਸ਼ਿਆਂ ਆਨੰਦ ਸੰਸਾਰ ਹੈ, ਵਿਸ਼ਿਆਂ ਦਾ ਆਨੰਦ ਸੰਸਾਰ ਨੂੰ ਲੱਗਾ ਹੋਇਆ ਹੈ। ਆਪੋ ਆਪਣੇ ਵਿਸ਼ੇ ਵੱਲ ਹਰ ਇੱਕ ਕਰਮ ਇੰਦਰਾ ਤੇ ਗਿਆਨ ਇੰਦਰਾ ਦੌੜ ਰਿਹਾ ਹੈ। ਦੁਰਗਮ ਤਾਂ ਹੈ, ਪਰ ਕਹਿੰਦੇ ਭੇਦ ਦੀ ਗੱਲ ਇਹ ਹੈ, ਜਾ ਮਹਿ ਜੋਤ ਕਰੇ ਪ੍ਰਕਾਸ਼। ਉਹ ਜੋ ਜੋਤ ਚੇਤਨ ਸਤਾ ਜਿਸ ਨੂੰ ਕਹਿੰਦੇ ਹਾਂ ਆਪਾਂ ਪਰਮੇਸ਼ਰ ਵਾਹਿਗੁਰੂ, ਇਸ ਸਰੀਰ ਦੇ ਵਿੱਚ ਹੀ ਉਹ ਆਪਣਾ ਪ੍ਰਕਾਸ਼ ਕਰ ਰਿਹਾ ਹੈ। ਇੱਥੇ ਹੀ ਉਹਨੇ ਟਿਕਾ ਕੀਤਾ ਹੋਇਆ ਹੈ ਜੀ। ਬਿਜਲੀ ਚਮਕੈ ਹੋਏ ਆਨੰਦ। ਇੱਥੇ ਜੋਗੀ ਤੇ ਬ੍ਰਹਮ ਬੇਤਿਆਂ ਦੋਵਾਂ ਦਾ ਹੀ ਸੁਭਾਅ ਦੱਸਦੇ ਨੇ। ਬਿਜਲੀ ਚਮਕੈ, ਸੋ ਜੋਗੀ ਜਨ ਯੋਗਾ ਅਭਿਆਸ ਦੁਆਰਾ ਦਸਮ ਦਵਾਰ ਦੇ ਵਿੱਚ ਜਿਸ ਸਮੇਂ ਚਮਕਾਰਾ ਪੈਂਦਾ ਹੈ, ਕਹਿੰਦੇ ਉਹ ਬਿਜਲੀ, ਜਿਵੇਂ ਬਿਜਲੀ ਚਮਕਦੀ ਹੈ ਇਵੇਂ ਦਾ ਚਮਕਾਰਾ ਦਸਮ ਦਵਾਰ ਰਾਹੀਂ ਵੇਖ ਕਰਕੇ ਤੇ ਕੀ ਹੁੰਦਾ ਹੋਏ ਆਨੰਦ, ਆਨੰਦ ਵਿੱਚ ਹੁੰਦੇ ਨੇ। ਉਧਰ ਜਿਹੜੇ ਬ੍ਰਹਮ ਬੇਤੇ, ਬ੍ਰਹਮ ਗਿਆਨੀ ਤਤ ਬੇਤੇ ਹਨ, ਬਿਜਲੀ ਚਮਕੇ ਜਿਸ ਸਮੇਂ ਭਾਈ ਹਿਰਦੇ ਘਰ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਬਿਜਲੀ ਚਮਕਦੀ ਹੈ। ਜਦੋਂ ਪਰਮੇਸ਼ਰ ਵਾਹਿਗੁਰੂ ਆਪ ਦਿਆਲਤਾ ਕਰਦਾ ਹੈ, ਜਦੋਂ ਇਸ ਅਵਸਥਾ ਤੇ ਪਹੁੰਚਾ ਦਿੰਦਾ ਹੈ, ਫਿਰ ਪਤਾ ਲੱਗਦਾ ਹੈ। ਫਿਰ ਉਹੋ ਹੀ ਮਹਾਤਮਾ ਇਹਨਾਂ ਪੰਕਤੀਆਂ ਦੇ ਅਰਥ ਖੋਲ ਕਰਕੇ ਦੱਸਦੇ ਨੇ ਨਾ
ਕਿ ਭਾਈ ਜੇ ਸੋ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜਿੰਨਾ ਚਿਰ ਗੁਰੂ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਸੀ, ਹਨੇਰਾ ਸੀ। ਮਹਾਰਾਜ ਹੁਣ ਚਾਨਣ ਕੀ ਹੋਇਆ? ਕਹਿੰਦੇ ਬਿਜਲੀ ਚਮਕੇ ਹਿਰਦੇ ਘਰ ਦੇ ਵਿੱਚ, ਉਹ ਬਿਜਲੀ ਪਰਮੇਸ਼ਰ ਵਾਹਿਗੁਰੂ ਦਾ ਗਿਆਨ ਚਮਕਿਆ ਤੇ ਕੀ ਹੋਇਆ ਜੀ? ਹੋਏ ਆਨੰਦ, ਆਨੰਦ ਦੇ ਸਹਿਤ ਹੋ ਗਏ ਹਨ। ਕਿਉਂ? ਜਿਹੇ ਪੌੜੇ ਪ੍ਰਭ ਬਾਲ ਗੋਬਿੰਦ। ਕਹਿੰਦੇ ਭਾਈ ਜਿਸ ਅਸਥਾਨ ਦੇ ਉੱਤੇ ਉਹ ਪਰਮੇਸ਼ਰ ਵਾਹਿਗੁਰੂ ਜੋ ਬਾਲ ਸੁੰਦਰ ਸਰੂਪ ਧਾਰਨ ਕਰਕੇ ਸੋ ਪੌੜੇ ਬਿਰਾਜਮਾਨ ਹੋ ਰਹੇ ਨੇ ਪਰਮੇਸ਼ਰ ਵਾਹਿਗੁਰੂ। ਫਿਰ ਬਾਲ ਸਰੂਪ ਕੈਸਾ ਹੈ? ਮਹਾਂਪੁਰਖਾਂ ਨੇ ਦੱਸਿਆ, ਕਹਿੰਦੇ ਜਿਵੇਂ ਗੋਲ ਦਾ ਸੋ ਵਾਹਿਗੁਰੂ ਬੋੜ ਦੀ ਗੋਲ ਹੁੰਦੀ ਹੈ, ਉਹਨਾਂ ਛੋਟਾ ਸਰੂਪ ਧਾਰਨ ਕਰਕੇ ਪਰਮੇਸ਼ਰ ਵਾਹਿਗੁਰੂ ਹਿਰਦੇ ਘਰ ਦੇ ਵਿੱਚ ਅੰਤਸ਼ਕਰਨ ਵਿੱਚ ਆਣ ਕਰਕੇ ਨਿਵਾਸ ਕਰਦੇ ਨੇ। ਐਸਾ ਸਰੂਪ ਧਾਰਨ ਕਰਕੇ ਪੌੜੇ ਬਿਰਾਜਮਾਨ ਹੋ ਰਹੇ ਹਨ ਜਿਸ ਅਸਥਾਨ ਦੇ ਉੱਤੇ, ਕਿੱਥੇ? ਜੋਗੀਆਂ ਦੇ 10ਵੇਂ ਦਵਾਰ ਦੁਆਰਾ ਤੇ ਗੁਰਮੁਖਾਂ ਨੂੰ ਹਿਰਦੇ ਘਰ ਵਿੱਚ ਪ੍ਰਾਪਤੀ ਕਰਵਾ ਰਹੇ ਹਨ। ਇਹੋ ਜੀਓ ਰਾਮ ਨਾਮ ਲਿਵ ਲਾਗੈ। ਤੋ ਇਹ ਜਗਿਆਸੂ ਬੇਨਤੀ ਕਰਨ ਲੱਗਾ, ਭਗਤ ਜੀ ਫਿਰ ਦੱਸੋ ਉਹ ਪਰਮੇਸ਼ਰ ਵਾਹਿਗੁਰੂ ਕਿਵੇਂ ਪ੍ਰਾਪਤ ਹੋਵੇਗਾ? ਜਿਹੜਾ ਐਸਾ ਅੰਦਰ ਹੀ ਬਿਰਾਜਮਾਨ ਹੈ, ਉਹਦੀ ਪ੍ਰਾਪਤੀ ਦਾ ਕੋਈ ਰਸਤਾ ਦੱਸੋ ਨਾ। ਇਹ ਤੇ ਤੁਸੀਂ ਸਮਝਾ ਦਿੱਤਾ ਕਿ ਉਹ ਪਰਮੇਸ਼ਰ ਵਾਹਿਗੁਰੂ ਹੈ ਤੇਰੇ ਅੰਦਰ, ਫਿਰ ਮਹਾਰਾਜ ਉਹਦੀ ਪ੍ਰਾਪਤੀ ਅੰਦਰੋਂ ਸਖਿਆਤ ਕਿਸ ਤਰ੍ਹਾਂ ਹੋਵੇਗਾ? ਹੁਣ ਸਮਝਾਉਂਦੇ ਨੇ, ਜਿਵੇਂ ਬਾਹਰੀ ਸੰਸਾਰੀ ਤੌਰ ਤੇ ਆਪਾਂ ਪ੍ਰਮਾਣ ਲੈ ਲਈਏ, ਕਹਿੰਦੇ ਇਹ ਜੀਓ ਰਾਮ ਨਾਮ ਲਿਵ ਲਾਗੇ। ਕਹਿੰਦੇ ਇਹਨੂੰ ਇਸ ਜੀਵ ਰੂਪੀ ਆਤਮਾ ਚੇਤਨ ਸਤਾ ਦੁਆਰਾ, ਜਾਂ ਭਾਈ ਇਹ ਜੋ ਸੂਸ਼ਮ ਦੇਹੀ ਹੈ, ਜਾਂ ਆਪਣੀ ਮਨ ਬੁੱਧ ਤੇ ਚਿੱਤ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਦੇ ਰਾਮ ਜੋ ਰਮੰਤੀ ਰਾਮਾ, ਉਹਦੇ ਨਾਮ ਵਾਹਿਗੁਰੂ ਗਰਮੰਤਰ ਵਿੱਚ ਲਿਵ ਲਾਉਣਾ ਕਰ। ਮਹਾਰਾਜ ਇਹ ਬਾਹਰੋਂ ਰਸਨਾ ਦੁਆਰਾ ਜਪਣਾ ਜ਼ਰੂਰੀ ਹੈ? ਕਹਿੰਦੇ ਹਾਂ ਭਾਈ। ਕਾਰਨ ਜਿਵੇਂ ਸੰਸਾਰਕ ਤੌਰ ਤੇ ਆਪਾਂ ਕੋਈ ਬੋਰ ਨਵਾਂ ਕਰਵਾਈਏ, ਟਿਊਬਲ ਨਵਾਂ ਲੱਗਾ ਹੋਵੇ, ਜਾਂ ਪਹਿਲੇ ਸਮੇਂ ਵਿੱਚ ਨਲਕੇ ਲੱਗਦੇ ਸਨ, ਨਲਕਾ ਲਾ ਕਰਕੇ ਉਹਦੇ ਵਿੱਚ ਬਾਹਰੋਂ ਪਾਣੀ ਭਰ ਕਰਕੇ ਤੇ ਫਿਰ ਉਹਦੇ ਮੂੰਹ ਅੱਗੇ ਹੱਥ ਰੱਖ ਕੇ ਵਾਰ-ਵਾਰ ਉਹਨੂੰ ਗੇੜਾ ਦਿੱਤਾ ਜਾਂਦਾ। ਜੇ ਕੋਈ ਪੁੱਛੇ ਜੀ ਇਹ ਬੋਰ ਤੇ ਕੀਤਾ ਸੀ ਧਰਤੀ ਚੋਂ ਪਾਣੀ ਕੱਢਣ ਲਈ, ਤੁਸੀਂ ਬਾਹਰੋਂ ਹੀ ਇਹਦੇ ਵਿੱਚ ਪਾਈ ਜਾਂਦੇ ਜੇ, ਧਰਤੀ ਵਾਲਾ ਕਿੱਥੇ ਗਿਆ? ਉਹ ਫਿਰ ਗੁਰਮੁਖ, ਉਹ ਸੱਜਣ, ਉਹ ਸਿਆਣੇ ਪੁਰਖ ਸਮਝਾਉਂਦੇ ਨੇ, ਕਾਕਾ ਜਿੰਨਾ ਚਿਰ ਇਹਨੂੰ ਬਾਹਰੋਂ ਪਾਣੀ ਨਾ ਪਾਇਆ, ਇਹਦਾ ਪ੍ਰੈਸ਼ਰ ਨਾ ਬਣਿਆ, ਉਹਨਾਂ ਚਿਰ ਥਲੜਾ ਪਾਣੀ ਪ੍ਰਗਟ ਨਹੀਂ ਹੋਣਾ। ਤੇ ਜੀ ਮੂੰਹ ਅੱਗੇ ਹੱਥ ਕਿਉਂ ਰੱਖਿਆ ਹੋਇਆ ਹੈ? ਇਹਦਾ ਕਾਰਨ ਹੈ ਕਿ ਇਹਦੀ ਹਵਾ ਬਾਹਰ ਨਾ ਨਿਕਲੇ। ਐਵੇਂ ਜਿਵੇਂ ਮਹਾਤਮਾ ਮਹਾਂਪੁਰਖ ਜਿਹੜੇ ਅਭਿਆਸੀ ਸਿੰਘ ਨੇ, ਉਹ ਸੰਕੋਚ ਕਰਦੇ ਨੇ ਸੰਸਾਰ ਦੇ ਲੋਕਾਂ ਨਾਲ ਗੱਲਾਂ ਕਰਨ ਤੋਂ, ਬਾਣੀ ਪੜ੍ਹਦੇ ਨੇ, ਅਭਿਆਸ ਕਰਦੇ ਨੇ। ਮੇਰਾ ਮੰਨਣਾ ਹੈ ਆਪੋ ਆਪਣੀ ਸੋਚ ਹੋ ਸਕਦੀ ਹੈ, ਕਾਰਨ ਐਵੇਂ ਲੱਗਦਾ ਹੈ ਕਿ ਬਾਹਰੀ ਗੱਲਾਂ ਕਰਨ ਦੇ ਨਾਲ ਜਿਵੇਂ ਨਲਕੇ ਦੇ ਮੂੰਹ ਅੱਗੋਂ ਹੱਥ ਚੁੱਕਿਆਂ ਹਵਾ ਨਿਕਲ ਜਾਂਦੀ ਹੈ, ਇਸੇ ਤਰੀਕੇ ਦੇ ਨਾਲ ਭਾਈ ਜਦੋਂ ਬਾਹਰਲੀਆਂ ਗੱਲਾਂ ਵਿੱਚ ਪੈਣਗੇ, ਉਸ ਸਮੇਂ ਪਰਮੇਸ਼ਰ ਵਾਹਿਗੁਰੂ ਦੀ ਪ੍ਰੀਤੀ ਟੁੱਟਣੇ ਕਰਕੇ ਜਿਹੜਾ ਰਸਨਾ ਤੋਂ ਵਾਰ-ਵਾਰ ਵਾਹਿਗੁਰੂ ਵਾਹਿਗੁਰੂ ਜਪਣਾ ਨਾ, ਉਹਦੇ ਨਾਲ ਹੀ ਜਿਹੜਾ ਪਰਮੇਸ਼ਰ ਹਿਰਦੇ ਘਰ ਵਿੱਚ ਅੰਦਰ ਬੈਠਾ ਹੋਇਆ ਹੈ ਉਹ ਪ੍ਰਗਟ ਹੋ ਆਉਂਦਾ। ਜਿਹੜੇ ਗੁਰਬਾਣੀ ਪੜ੍ਹਨੀ ਹੈ, ਕਿਸੇ ਵੀ ਤਰੀਕੇ ਨਾਲ ਜਿਹੜਾ ਸਿਮਰਨ ਕਰਨਾ ਹੈ, ਉਹ ਕੋਈ ਵੀ ਤਰੀਕਾ, ਕੋਈ ਜਪਜੀ ਸਾਹਿਬ ਪੜ੍ਹ ਰਿਹਾ ਹੈ, ਕੋਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕਰ ਰਿਹਾ ਹੈ, ਕੋਈ ਇਸ ਤਰੀਕੇ ਦੇ ਨਾਲ, ਕੋਈ ਰਾਮ ਰਾਮ ਕਹੀ ਜਾਂਦਾ ਹੈ, ਕੋਈ ਅੱਲਾ ਅੱਲਾ ਕਰੀ ਜਾਵੇ, ਕੋਈ ਭਾਈ ਖੁਦਾ ਖੁਦਾ ਕਰੀ ਜਾਵੇ, ਕੋਈ ਸ਼ਿਵ ਉਹਨੂੰ ਕੇਸਵ ਸਰੂਪ ਜਾਣ ਕਰਕੇ ਕਿ ਉਹ ਪਰਮੇਸ਼ਰ ਸਾਰਿਆਂ ਦਾ ਸਰੂਪ ਹੈ, ਉਹ ਜਾਣ ਕਰਕੇ ਜੇ ਕੋਈ ਉਹਨੂੰ ਪੂਜ ਰਿਹਾ, ਚੇਤੇ ਕਰ ਰਿਹਾ, ਕੋਈ ਵੀ ਤਰੀਕਾ ਹੈ, ਉਸ ਤਰੀਕੇ ਦੇ ਨਾਲ ਉਹ ਜੋ ਪਰਮੇਸ਼ਰ ਵਾਹਿਗੁਰੂ ਹੈ, ਇਹੋ ਜੀ ਉਹ ਰਾਮ ਨਾਮ ਲਿਵ ਲਾਗਿਆ। ਭਗਤ ਕਬੀਰ ਜੀ ਕਹਿੰਦੇ ਇਹ ਜਿਹੜਾ ਜੀ ਹੈ, ਇਹ ਜੀਵ ਰੂਪੀ ਆਤਮਾ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਲ ਜਦੋਂ ਇਹ ਸਰੀਰ ਕਰਕੇ ਲਿਵ ਲਾਉਣਾ ਕਰੇ, ਜਰਾ ਮਰਨ ਛੂਟੈ ਪ੍ਰਮ ਭਾਗੈ। ਫਿਰ ਕੀ ਹੋਵੇਗਾ? ਹਿਰਦੇ ਘਰ ਚੋਂ ਪ੍ਰਗਟ ਹੋ ਆਵੇਗਾ ਬੋਰ ਦੇ ਜਲ ਵਾਂਗ। ਐਵੇਂ ਭਾਈ ਫਿਰ ਕੀ ਹੋਵੇਗਾ? ਜਰਾ ਜਦੋਂ ਉਹ ਨਲਕੇ ਚੋਂ ਪਾਣੀ ਆਉਣ ਡਿਆ ਪਿਆ, ਫਿਰ ਪਿਆਸ ਵੀ ਦੂਰ ਹੋ ਗਈ, ਸਰੀਰ ਦੀ ਗੰਦਗੀ ਵੀ ਨਾਸ ਹੋ ਗਈ, ਤੇ ਜਿਹੜੇ ਕੱਪੜੇ ਨੇ ਉਹ ਵੀ ਭਾਈ ਉਜਲੇ ਹੋ ਗਏ ਜਦੋਂ ਪਾਣੀ ਦੀ ਪ੍ਰਾਪਤੀ ਹੋਈ, ਜਲ ਦੀ ਪ੍ਰਾਪਤੀ ਹੋਈ। ਇਸੇ ਤਰੀਕੇ ਦੇ ਨਾਲ ਜਰਾ ਬੁਢਾਪਾ ਵੀ ਉਹਨਾਂ ਦਾ ਚੁੱਕਿਆ ਗਿਆ। ਕਿਉਂ? ਗੁਰਮੁਖ ਬੁੱਢੇ ਕਦੇ ਨਾ ਹੈ। ਉਹਨਾਂ ਗੁਰਮੁਖਾਂ ਨੂੰ ਬੁਢਾਪਾ ਤੇ ਉਹਨਾਂ ਨੂੰ ਇਹ ਨਾ ਜਿਨ੍ਹਾਂ ਪਰਮੇਸ਼ਰ ਵਾਹਿਗੁਰੂ ਦੀ ਪ੍ਰੀਤੀ ਨਹੀਂ ਕੀਤੀ, ਅਜੇ ਤੱਕ ਪ੍ਰੇਮਾ ਭਗਤੀ ਨਹੀਂ ਕੀਤੀ, ਹੁਣ ਸਰੀਰ ਜੂੜਿਆ ਗਿਆ, ਕਿਵੇਂ ਕਰਨਗੇ?
ਜਿਨ੍ਹਾਂ ਨੇ ਜਵਾਨੀ ਦੇ ਸਮੇਂ ਤੋਂ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰ ਰਹੇ ਨੇ, ਜਾਂ ਬਾਲਕ ਅਵਸਥਾ ਤੋਂ ਹੀ ਜਿਨ੍ਹਾਂ ਦੀ ਸੁਰਤ ਪਰਮੇਸ਼ਰ ਦੇ ਚਰਨਾਂ ਨਾਲ ਜੁੜੀ ਹੋਈ ਹੈ, ਬਜ਼ੁਰਗ ਅਵਸਥਾ ਵਿੱਚ ਆਣ ਕਰਕੇ ਵੀ ਉਹ ਪ੍ਰੀਤ ਟੁੱਟਦੀ ਨਹੀਂ। ਮਰਨ, ਜਿਹੜਾ ਮੌਤ ਦਾ ਡਰ ਅੱਗੇ ਲੱਗਾ ਹੋਇਆ ਸੀ ਕਿ ਵਾਰ-ਵਾਰ ਜੰਮਣਾ ਤੇ ਮਰਨਾ ਪਵੇਗਾ, ਉਹ ਵੀ ਛੁੱਟ ਗਿਆ ਹੈ। ਭਰਮ ਜਿਹੜਾ ਸੀ ਭਾਈ, ਇਸ ਤਰੀਕੇ ਨਾਲ 5 ਪ੍ਰਕਾਰ ਦਾ ਭਰਮ ਵੀ ਉਹਨਾਂ ਦਾ ਚੁੱਕਿਆ ਗਿਆ ਜੇ। ਰਹਾਉ ਬਸਰਾਮ ਦੇ ਕੇ ਬਖਸ਼ਿਸ਼ ਕਰਦੇ ਹਨ, ਬਰ- ਅਥਵਾ ਇਹ ਰਹਾਉ ਦਾ ਭਾਵ ਹੈ ਕਿ ਭਾਈ ਨਿਸ਼ਚੇ ਕਰਕੇ ਜਾਣ, ਇਹੋ ਜਿਉ ਰਾਮ ਨਾਮ ਲਿਵ ਲਾਗੇ। ਜੇ ਇਹ ਜੀਵ ਰੂਪੀ ਆਤਮਾ ਪਰਮੇਸ਼ਰ ਵਾਹਿਗੁਰੂ ਦੇ ਨਾਲ ਲਿਵ ਲਾਵੇ ਤਾਂ ਹੀ ਇਹ ਜਿਹੜੇ ਜਰਾ, ਬੁਢਾਪਾ, ਮਰਨ ਦਾ ਡਰ, ਜੰਮਣ ਤੇ ਮਰਨ ਦਾ ਡਰ ਤੇ ਭਰਮ ਤੇ ਜਿਹੜਾ ਭਰਮ ਪਿਆ ਹੋਇਆ ਤਾਂ ਨਾਸ ਹੋਵੇਗਾ। ਇਹ ਬਸਰਾਮ ਦੇ ਕਰਕੇ ਇਸ ਕਰਕੇ ਸਮਝਾਇਆ ਹੈ ਕਿ ਇਹਨੂੰ ਅਣਵੇਂ ਕਰਕੇ ਆਪਣੇ ਹਿਰਦੇ ਵਿੱਚ ਮੰਨ ਲੈਣਾ ਕਰ। ਬਰਨ ਸਿਉ ਮਨ ਹੀ ਪ੍ਰੀਤ। ਸੋ ਇਹ ਬੇਨਤੀ ਕਰਨ ਲੱਗਾ ਮਹਾਰਾਜ, ਬੜਾ ਸੁਖੈਨ ਰਸਤਾ ਦੱਸ ਦਿੱਤਾ ਜੇ, ਪਰ ਸਾਰਿਆਂ ਜੀਵਾਂ ਨੂੰ ਕਿਉਂ ਨਹੀਂ ਪ੍ਰਾਪਤ ਹੁੰਦਾ? ਪਰਮੇਸ਼ਰ ਸਾਰਿਆਂ ਨੂੰ ਮਿਲ ਜਾਣਾ ਚਾਹੀਦਾ ਹੈ। ਕਹਿਣ ਲੱਗੇ ਕਾਰਨ ਹੈ ਬਰਨ ਬਰਨ ਮਨ ਸਿਉ ਮਨ ਹੀ ਪ੍ਰੀਤ। ਕਹਿੰਦੇ ਸਾਰੇ ਸੰਸਾਰ ਦੇ ਜੀਵਾਂ ਦੀ ਵਰਨਾਂ ਦੇ ਵਿੱਚ ਇਹਦਾ ਭਾਈ ਆਹ ਵਰਨ ਹੈ, ਇਹ ਬ੍ਰਾਹਮਣ ਹੈ, ਇਹ ਛਤਰੀ ਹੈ, ਇਹ ਸ਼ੂਦਰ ਹੈ, ਇਹ ਵੈਸ ਹੈ, ਇਹ ਚੰਡਾਲ ਹੈ, ਫਿਰ ਇਸ ਤਰੀਕੇ ਦੇ ਨਾਲ ਇਹ ਮੁਸਲਮਾਨ ਹੈ, ਇਹ ਈਸਾਈ ਹੈ। ਇਵੇਂ ਵਰਨਾਂ ਤੇ ਅਵਰਨਾਂ ਦੇ ਵਿੱਚ ਸੰਸਾਰ ਦੇ ਲੋਕ ਵੰਡੇ ਹੋਏ ਨੇ। ਹਰ ਕੋਈ ਆਪਣੇ ਵਰਨ ਨੂੰ ਉੱਚਾ ਦੱਸਣ ਵਿੱਚ ਲੱਗਾ ਹੈ। ਮਨ ਦੀ ਪ੍ਰੀਤੀ ਇਸੇ 'ਚ ਲੱਗੀ ਹੋਈ ਹੈ। ਜਿਵੇਂ ਆਮ ਬਹੁਤਾਤ ਸੁਭਾਅ ਬਣਿਆ ਹੈ, ਅਸੀਂ ਜੱਟ ਹਾਂ, ਆਹ ਮਜ਼੍ਹਬੀ ਹਨ, ਜਾਂ ਇਸੇ ਤਰੀਕੇ ਦੇ ਨਾਲ ਅਸੀਂ ਸੰਧੂ ਹਾਂ ਜੀ, ਆਹ ਰੰਧਾਵੇ ਨੇ, ਆਹ ਗਿੱਲ ਨੇ, ਆਹ ਮਾਨ ਨੇ। ਇਵੇਂ ਇਸੇ ਚੀਜ਼ 'ਚ ਪ੍ਰੀਤੀ ਲੱਗੀ ਹੋਈ। ਪਰਮੇਸ਼ਰ ਦੀ ਪ੍ਰੇਮਾ ਭਗਤੀ ਦੀ ਪ੍ਰੀਤੀ ਹੈ ਹੀ ਨਹੀਂ। ਪਰਮੇਸ਼ਰ ਇਸ ਤੋਂ ਪਰੇ ਹੈ। ਹਉਮੈ ਗਾਵਨ ਗਾਵਹਿ ਗੀਤ। ਕਹਿੰਦੇ ਹਉਮੈ ਦੇ ਵਿੱਚ ਹੀ ਫਿਰ ਗੀਤ ਗਾ ਰਹੇ ਨੇ, ਹੰਕਾਰ ਦੇ ਮਾਰੇ ਹੋਏ ਜਿਹੜੇ ਗੀਤ ਵੀ ਗਾਉਂਦੇ ਨੇ, ਜਾਂ ਜਿਹੜੇ ਇਸ ਤਰੀਕੇ ਦੇ ਨਾਲ ਜੇ ਪ੍ਰੇਮਾ ਭਗਤੀ ਵੀ ਕਰਦੇ ਨੇ। ਮੰਨ ਲਈਏ ਜੇ ਭਗਤੀ ਕਰਦੇ ਨੇ ਤੇ ਹਉਮੈ ਹੰਕਾਰ ਨੂੰ ਹੀ ਪੱਠੇ ਪਾ ਰਹੇ ਨੇ ਕਿ ਜੀ ਸਾਡੀ ਜਿਹੜੀ ਜਾਤੀ ਵਾਲੇ ਉਹਨਾਂ ਨੂੰ ਰੱਬ ਦੀ ਪ੍ਰਾਪਤੀ ਹੋ ਸਕਦੀ, ਦੂਸਰੇ ਤੇ ਐਵੇਂ ਤੁਰੇ ਫਿਰਦੇ ਨੇ ਜਿਹੜੇ ਸਾਡੀ ਜਾਤ ਵਾਲੇ ਨੇ। ਬ੍ਰਾਹਮਣ ਕਹਿੰਦੇ ਬ੍ਰਾਹਮਣਾਂ ਤੋਂ ਬਿਨਾਂ ਪਰਮੇਸ਼ਰ ਮਿਲਦਾ ਕਿਸੇ ਨੂੰ ਨਹੀਂ। ਖੱਤਰੀ ਕਹਿੰਦੇ ਜੀ ਸਾਨੂੰ ਬ੍ਰਾਹਮਣ ਉਪਦੇਸ਼ ਦਿੰਦੇ ਨੇ, ਸਾਨੂੰ ਮਿਲ ਜਾਣਾ ਹੈ। ਇਸੇ ਤਰੀਕੇ ਦੇ ਨਾਲ ਜਿਵੇਂ ਹੁਣ ਵੇਖ ਲਈਏ, ਮੁਸਲਮਾਨ ਕਹਿੰਦੇ ਨੇ ਸਾਡੇ ਤੋਂ ਪਰੇ ਕੁਝ ਨਹੀਂ, ਹਿੰਦੂ ਕਹਿੰਦੇ ਸਾਡੇ ਤੋਂ ਪਰੇ ਕੁਝ ਨਹੀਂ, ਸਿੱਖ ਕਹਿੰਦੇ ਆ ਸਾਡੇ ਤੋਂ ਪਰੇ ਕੁਝ ਨਹੀਂ, ਈਸਾਈ ਕਹਿੰਦੇ ਨੇ ਸਾਡੇ ਤੋਂ ਪਰੇ ਕੁਝ ਨਹੀਂ। ਇਸ ਤਰੀਕੇ ਦੇ ਨਾਲ ਜੇ ਗੀਤ ਵੀ ਗਾ ਰਹੇ ਨੇ, ਬਾਹਰੋਂ ਵੇਖਣ ਨੂੰ ਭਗਤੀ ਦੀਆਂ ਗੱਲਾਂ ਹੀ ਕਰਦੇ ਲੱਗਦੇ ਨੇ, ਪਰ ਜਿਵੇਂ ਪਿੱਛੇ ਭਗਤ ਕਬੀਰ ਜੀ ਨੇ ਕਿਹਾ, ਬਾਤਨ ਹੀ ਬੈਕੁੰਠ ਸਮਾਨਾ, ਬਾਤਾਂ ਨਾਲ ਹੀ ਬੈਕੁੰਠ ਨੂੰ ਤੁਰੇ ਜਾਂਦੇ। ਗੱਲੀ ਬਾਤੀ ਦੱਸਦੇ ਨੇ ਕਿ ਅਸੀਂ ਸਾਰੇ ਬੈਕੁੰਠ ਚੱਲੇ ਆ ਤੇ ਤੁਹਾਨੂੰ ਵੀ ਲੈ ਜਾਵਾਂਗੇ, ਪਰ ਜਾਣ ਵਾਲਾ ਕੋਈ ਨਹੀਂ, ਕੇਵਲ ਗੱਲੀ ਬਾਤੀ ਨੇ। ਪ੍ਰੀਤੀ ਤੇ ਕਹਿੰਦੇ ਵਰਨਾ ਤੇ ਅਵਰਨਾ 'ਚ ਲੱਗੀ ਏ ਤੇ ਹਉਮੈ ਦੇ ਗੀਤ ਗਾ ਰਹੇ ਨੇ। ਫਿਰ ਮਹਾਰਾਜ ਕਿਰਪਾ ਕਰਕੇ ਦੱਸੋ ਕਿਵੇਂ ਕਰੀਏ? ਤੇ ਇਹਨਾਂ ਹੀ ਪੰਕਤੀਆਂ 'ਚ ਸਮਝਾਉਂਦੇ ਹਨ, ਬਰਨ ਸਿਉ ਮਨ ਹੀ ਪ੍ਰੀਤ। ਸੋ ਭਾਈ ਮਨ ਕਰਕੇ ਪ੍ਰੀਤ ਕਰਕੇ ਦੇ ਨਾਲ ਜਿਹੜਾ ਸਾਰਿਆਂ ਵਰਨਾਂ ਦੇ ਵਿੱਚ ਵਿਆਪਕ ਪਰਮੇਸ਼ਰ ਵਾਹਿਗੁਰੂ ਹੈ, ਜਿਨੇ ਸਾਰੇ ਹੀ ਵਰਨ ਤੇ ਅਵਰਨ ਜਿਨੇ ਸਾਜਣਾ ਕੀਤੇ ਹੈ, ਮਨ ਕਰਕੇ ਪ੍ਰੀਤੀ ਕਰ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਲ। ਹਉਮੈ ਗਾਵਨ ਗਾਵਹਿ ਗੀਤ। ਫਿਰ ਮਹਾਰਾਜ ਹਉਮੈ ਨਹੀਂ ਹੋਵੇਗੀ? ਕਹਿੰਦੇ ਨਹੀਂ, ਹਉਮੈ ਗਾਵ ਨ ਗਾਵਹਿ ਗੀਤ। ਕਹਿੰਦੇ ਫਿਰ ਉਹ ਹਉਮੈ ਹੰਕਾਰ ਵਿੱਚ ਜਦੋਂ ਸਾਰਿਆਂ ਥਾਵਾਂ ਤੇ ਵਿਆਪਕੀ ਉਹਨੂੰ ਵੇਖ ਲਿਆ, ਜਦੋਂ ਇਹ ਪਤਾ ਲੱਗ ਗਿਆ ਜਿਹੜਾ ਮੇਰੀ ਜਾਤੀ ਵਾਲਿਆਂ ਦੇ ਅੰਦਰ ਏ ਉਹੋ ਹੀ ਨੀਵੀਂ ਜਾਤ ਵਾਲਿਆਂ 'ਚ, ਉਹੋ ਹੀ ਉੱਚੀ ਜਾਤ ਵਾਲਿਆਂ 'ਚ, ਫਿਰ ਹਉਮੈ ਹੰਕਾਰ ਕਾਹਦਾ ਰਹਿ ਗਿਆ ਭਾਈ? ਤੇ ਜਦੋਂ ਇਹ ਪਤਾ ਲੱਗ ਗਿਆ ਕਿ ਪਰਮੇਸ਼ਰ ਸਾਰਿਆਂ ਧਰਮਾਂ 'ਚ ਹੀ ਹੈ, ਕੋਈ ਵੀ ਧਰਮ ਪਰਮੇਸ਼ਰ ਤੋਂ ਬਿਨਾਂ ਨਹੀਂ ਭਾਈ, ਵੱਖੋ ਰਸਤਾ ਵੱਖੋ ਵੱਖਰਾ ਹੈ, ਪਰ ਜਾ ਇੱਕੇ ਹੀ ਪਾਸੇ ਨੂੰ ਰਿਹਾ। ਕੋਈ ਕਿਸੇ ਤਰੀਕੇ ਨਾਲ ਜਾ ਰਿਹਾ, ਜਿਵੇਂ ਸਿੱਧਾ ਜਿਹਾ ਪ੍ਰਮਾਣ ਲੈ ਲਈਏ ਕਿ ਕੋਈ ਫਤਿਹਗੜ੍ਹ ਚੂੜੀਆਂ ਤੋਂ ਤੁਰੇ, ਭਾਵੇਂ ਲੁਹਾਰਕਾ ਰੋਡ ਰਾਹੀਂ ਅੰਮ੍ਰਿਤਸਰ ਆ ਜੇ, ਭਾਵੇਂ ਇਸੇ ਤਰੀਕੇ ਦੇ ਨਾਲ ਮਜੀਠੇ ਥਾਣੀ ਆ ਜਾਵੇ, ਜਾਂ ਭਾਵੇਂ ਸਾਰੇ ਅੰਮ੍ਰਿਤਸਰ ਹੀ ਰਹੇ ਨੇ। ਇਸੇ ਤਰੀਕੇ ਦੇ ਨਾਲ ਵੱਖੋ ਵੱਖਰੇ ਰਸਤੇ ਹਨ, ਪਰ ਪ੍ਰਾਪਤੀ ਪਰਮੇਸ਼ਰ ਵਾਹਿਗੁਰੂ ਦੀ ਹੈ।
ਜਦੋਂ ਇਹ ਪਤਾ ਲੱਗ ਗਿਆ ਫਿਰ ਕਹਿੰਦੇ ਹਉਮੈ ਹੰਕਾਰ ਦੇ ਵਿੱਚ ਕਾਹਦੇ ਗੀਤ ਗਾਉਣੇ ਸਨ ਉਹਨਾਂ ਨੇ, ਉਹ ਤੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਹੋ ਗਏ ਜੇ। ਅਨਹਦ ਸ਼ਬਦ ਹੋਤ ਚੁਨਕਾਰ। ਫਿਰ ਮਹਾਰਾਜ ਉਹਨਾਂ ਤੇ ਬਖਸ਼ਿਸ਼ ਕੀ ਹੁੰਦੀ ਹੈ, ਕਹਿੰਦੇ ਉਹ ਬ੍ਰਹਮ ਸਰੂਪ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਫਿਰ ਦਸਮ ਦਵਾਰ ਰਾਹੀਂ ਜੋਗੀ ਜਣਾਂ ਦੇ ਹੱਦ ਤੋਂ ਰਹਿਤ ਵਾਜੇ ਵੱਜ ਰਹੇ ਨੇ। ਹੱਦ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਦੇ ਗੁਣ ਉਹ ਦਸਮ ਦਵਾਰ ਵਿੱਚ ਆਪਣੀ ਸੁਰਤੀ ਨੂੰ ਟਿਕਾ ਕੇ ਕਰ ਰਹੇ ਨੇ। ਉਧਰ ਜਿਹੜੇ ਗੁਰਮੁਖ ਭਗਤ ਹਨ ਉਹ ਹਿਰਦੇ ਦਵਾਰਾ ਹੱਦ ਤੋਂ ਰਹਿਤ ਜੋ ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਕੇ ਤੇ ਉੱਥੇ ਸ਼ਬਦ ਦੀ ਚੁਣਕਾਰ ਹੋ ਰਹੀ ਹੈ ਜੀ। ਜਿਹ ਪੌੜੈ ਪ੍ਰਭ ਸ੍ਰੀ ਗੋਪਾਲ। ਪਰ ਮਹਾਰਾਜ ਕਿੰਨਾਂ ਦੇ ਹੁੰਦੇ, ਕਹਿੰਦੇ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਪੌੜੇ ਬਿਰਾਜਮਾਨ ਹੋਏ ਹਨ। ਗੋ ਨਾਮ ਧਰਤੀ ਦਾ, ਉਹਦੇ ਪਾਲਕ ਪਰਮੇਸ਼ਰ ਵਾਹਿਗੁਰੂ। ਖੰਡਲ ਮੰਡਲ ਮੰਡਲ ਮੰਡਾ। ਮਹਾਰਾਜ ਹੋਰ ਦੱਸੋ, ਭਗਤ ਕਬੀਰ ਜੀ ਦਿਆਲਤਾ ਕਰੋ, ਉਹ ਪਰਮੇਸ਼ਰ ਵਾਹਿਗੁਰੂ ਨੇ ਕੀ ਕੀ ਸਾਜਿਆ ਹੈ, ਉਹ ਕਿੱਥੇ ਕਿੱਥੇ ਵਸਦਾ ਹੈ। ਕਹਿੰਦੇ ਖੰਡਲ 9 ਖੰਡਾਂ ਵਿੱਚ, ਫਿਰ ਮੰਡਲ ਭਾਈ ਇਸ ਤਰੀਕੇ ਦੇ ਨਾਲ 400 ਕੋਹ ਦਾ ਵਿਦਵਾਨਾਂ ਨੇ ਇੱਕ ਦੇਸ਼ ਮੰਨਿਆ ਹੈ। ਉਹਨਾਂ ਦੇਸ਼ਾਂ ਦੇ ਵਿੱਚ ਫਿਰ ਉਹਨਾਂ ਦੇਸ਼ਾਂ ਦੇ ਭਾਈ ਸਮੂਹ ਮੰਡਲ, ਜਿਹੜੇ ਸਮੂਹ ਦੇਸ਼ ਹਨ ਸਾਰੇ ਦੇ ਸਾਰੇ 9 ਖੰਡਾਂ ਦੇ ਵਿੱਚ ਜਿਹੜੇ ਸਮੂਹ ਦੇਸ਼ ਹਨ ਉਹਨਾਂ ਨੂੰ ਮੰਡਾ ਬਿਰਾਜਮਾਨ ਕਰਨ ਵਾਲਾ, ਉਹਨਾਂ ਦੀ ਉਤਪਤੀ ਕਰਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਹੈ। ਅਥਵਾ ਇਹ ਜਿਹੜੇ ਮੰਡਲਾਂ ਨੂੰ ਰਚਣ ਵਾਲਾ, ਇਹਨਾਂ ਖੰਡਾਂ ਨੂੰ ਰਚਣ ਵਾਲਾ ਜਿਹੜਾ ਬ੍ਰਹਮਾ ਹੈ, ਉਹਦੀ ਵੀ ਮੰਡਾ ਉਤਪਤੀ ਕਰਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਆਪ ਹੈ ਜੀ। ਤ੍ਰਿਆ ਅਸਥਾਨ ਤੀਨ ਤ੍ਰੈ ਖੰਡਾ। ਕਹਿੰਦੇ 3 ਅਸਥਾਨ ਹੈ। ਇਸੇ ਤਰੀਕੇ ਨਾਲ ਲੋਕ, ਪਰਲੋਕ, ਪਤਾਲ ਲੋਕ, ਫਿਰ ਇਸੇ ਤਰੀਕੇ ਨਾਲ ਤਿੰਨੇ ਹੀ ਅਸਥਾਨ ਸੁਪਨ, ਸੁਖੋਪਤ ਤੇ ਜਾਗਰਤ ਤਿੰਨੇ ਅਵਸਥਾ, ਇਹ ਵੀ 3 ਅਸਥਾਨ ਹਨ। ਤੇ ਫਿਰ ਭਾਈ 3 ਤ੍ਰੇ ਖੰਡਾ, ਤੇ ਤਿੰਨੇ ਹੀ ਫਿਰ ਇਸੇ ਤਰੀਕੇ ਦੇ ਨਾਲ ਰਜੋ ਤਮੋ ਤੇ ਸਤੋ ਗੁਣ ਤਿੰਨੇ ਹੀ ਸੁਭਾਅ, ਰਾਜਸੀ ਤਾਮਸੀ ਸਾਗਤੀ ਸੁਭਾਅ ਵੀ ਉਹ ਸਾਰੇ ਉਹ ਪਰਮੇਸ਼ਰ ਵਾਹਿਗੁਰੂ ਨੇ ਆਪ ਕੀਤੇ ਹੋਏ ਹਨ। ਅਗੰਮ ਅਗੋਚਰ ਰਹਾ ਅਬ ਅੰਤ। ਭਾਈ ਗਮਤਾ ਦਾ ਵਿਸ਼ਾ ਨਹੀਂ, ਅਗੋਚਰ ਇੰਦਰੀਆਂ ਤੋਂ ਪਰੇ ਪਰ ਸਾਰਿਆਂ ਚ ਬਿਰਾਜਮਾਨ ਹੋ ਰਿਹਾ ਹੈ ਜੀ। ਪਾਰ ਨਾ ਪਾਵੈ ਕੋ ਧਰਨੀ ਧਰਮੰਤ। ਪਰ ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਕਿਉਂ? ਉਹ ਧਰਨੀ, ਇਹ ਧਰਤੀ ਦਾ ਰਚਣ ਵਾਲਾ, ਫਿਰ ਧਰਤੀ ਨੂੰ ਆਪਣੇ ਧੀਰਜ ਦੇ ਕਰਕੇ ਧਾਰਨ ਕਰਨ ਵਾਲਾ ਹੈ। ਇਹ ਧਰਤੀ ਨੂੰ ਆਪਣੀ ਸਤਾ ਸਮੇਤ ਟਿਕਾਉਣ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਹੈ ਜੀ। ਉਹਦਾ ਪਾਰਾਵਾਰ ਕੋਈ ਨਹੀਂ ਪਾ ਸਕਦਾ। ਜੇ ਕੋਈ ਯਤਨ ਕਰੇ, ਭਗਤ ਕਬੀਰ ਜੀ ਕਹਿੰਦੇ ਜੇ ਕੋਈ ਇਹ ਯਤਨ ਕਰੇ ਕਿ ਮੈਂ ਉਹ ਪਰਮੇਸ਼ਰ ਵਾਹਿਗੁਰੂ ਦਾ ਪਾਰਾਵਾਰ ਪਾ ਲਵਾਂਗਾ, ਪਤਾ ਲੱਗ ਜਾਵੇਗਾ ਪਰਮੇਸ਼ਰ ਕਿੰਨਾ ਕੁ ਵੱਡਾ ਹੈ। ਕਹਿੰਦੇ ਅੰਤ ਨਹੀਂ ਪਾਇਆ ਜਾਣਾ ਭਾਈ ਤੇਰੇ ਕੋਲੋਂ। ਕਦਲੀ ਪੋਪ ਧੂਪ ਪ੍ਰਗਾਸ। ਮਹਾਰਾਜ ਹੋਰ ਕੁਝ ਦੱਸੋ। ਕਹਿੰਦੇ ਭਾਈ ਕਦਲੀ ਨਾਮ ਹੈ ਕੇਲਿਆਂ ਦਾ। ਉਹਨਾਂ ਦੇ ਜਿਹੜੇ ਫੁੱਲ ਨਿਕਲਦੇ ਨੇ ਉਹਨਾਂ ਤੇ ਜਿਸ ਸਮੇਂ ਧੂਪ ਪ੍ਰਕਾਸ਼, ਜਦੋਂ ਧੁੱਪ ਪੈਂਦੀ ਏ, ਜੋਗੀ ਜਨ ਦੱਸਦੇ ਨੇ ਕਿ ਭਾਈ ਕੇਲਿਆਂ ਦੇ ਫੁੱਲ ਹੁੰਦੇ ਨੇ ਨੀਲੇ, ਉਹਨਾਂ ਤੇ ਜਿਸ ਸਮੇਂ ਧੁੱਪ ਪੈਂਦੀ ਏ ਉਹਨਾਂ ਚੋਂ ਜਿਹੜਾ ਪ੍ਰਕਾਸ਼ ਨੀਲੀ ਜੀ ਭਾ ਨਿਕਲਦੀ ਹੈ ਨਾ, ਕਹਿੰਦੇ ਜਦੋਂ ਪਰਮੇਸ਼ਰ ਕਿਰਪਾ ਕਰਦਾ ਹੈ ਦਸਮ ਦਵਾਰ ਰਾਹੀਂ ਦਰਸ਼ਨ ਦਿੰਦਾ ਹੈ, ਐਸੀ ਲੋ ਜਿਹੜੀ ਉਹ ਪ੍ਰਤੀਤ ਹੁੰਦੀ ਹੈ, ਐਸੀ ਜਿਹੜੀ ਉਹ ਪ੍ਰੀਤੀ ਜਿਹੜੀ ਉਹਦੇ ਦੁਆਰਾ ਉਹ ਪ੍ਰਤੀਤ ਹੁੰਦਾ, ਐਸਾ ਉਹਦਾ ਨੀਲਾ ਜਿਹਾ ਸਰੂਪ ਹੈ ਜਿਹਨੂੰ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਨੇ ਵੀ ਕਿਹਾ, ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸਨ ਬਣਵਾਰੀ। ਐਸਾ ਜੋ ਸਰੂਪ ਪਰਮੇਸ਼ਰ ਵਾਹਿਗੁਰੂ ਦਾ ਹੈ, ਉਹ ਐਸਾ ਸੋ ਨੀਲਧਾਰੀ ਸਰੂਪ ਧਾਰਨ ਕਰਕੇ ਪਰਮੇਸ਼ਰ ਵਾਹਿਗੁਰੂ ਜੋ ਸਰੂਪ ਉਹ ਕਰਕੇ ਉੱਥੇ ਜੋਗੀ ਜਨਾਂ ਨੂੰ ਪ੍ਰਗਟ ਹੁੰਦਾ ਹੈ। ਫਿਰ ਇਸੇ ਤਰੀਕੇ ਦੇ ਨਾਲ ਕਦਲੀ ਨਾਮ ਹੈ ਕੇਲਿਆਂ ਦਾ। ਕੇਲੇ ਹਨ ਨਰਮ, ਉਹਦਾ ਨਰਮ ਸੁਭਾਅ ਹੈ। ਅਕਿਰਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ੰਦ। ਕੈਸਾ ਨਰਮ ਸੁਭਾਅ ਹੈ। ਸਾਡੀ ਅਕਿਰਤ ਕਣਤਾ ਵੀ ਵਿਚਾਰਦਾ ਨਹੀਂ ਪਰਮੇਸ਼ਰ ਵਾਹਿਗੁਰੂ। ਉਹ ਅਕਾਲ ਪੁਰਖ ਵਾਹਿਗੁਰੂ ਐਡਾ ਦਿਆਲੂ ਹੈ, ਇਹ ਵਿਚਾਰ ਹੀ ਨਹੀਂ ਕਰਦਾ ਕਿ ਇਹਦੇ ਕਰਮ ਕੈਸੇ ਹਨ। ਉਹਦੇ ਅੱਗੇ ਤੇ ਬੇਨਤੀ ਵੀ ਇਹੋ ਹੀ ਜੀਵ ਕਰਦੇ ਨੇ। ਗੁਰਮੁਖਾਂ ਨੇ ਬੇਨਤੀ ਵੀ ਇਹੋ ਕੀਤੀ ਹੈ, ਮਹਾਰਾਜ ਸਾਡੇ ਗੁਣਾਂ ਤੇ ਅਵਗੁਣਾਂ ਦੀ ਵਿਚਾਰ ਨਾ ਕਰੋ, ਕਿਰਪਾ ਕਰੋ ਹਮਾਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਪਾਤਸ਼ਾਹ ਜੀ ਸਾਡਾ ਕੋਈ ਵੀ ਗੁਣ ਤੇ ਅਵਗੁਣ ਨਾ ਵਿਚਾਰਿਓ। ਉਹ ਪਰਮੇਸ਼ਰ ਵਿਚਾਰ ਵੀ ਨਹੀਂ ਕਰਦਾ, ਕਿਉਂ? ਕਦਲੀ ਉਹਦਾ ਸੁਭਾਅ ਕੇਲੇ ਵਰਗਾ ਨਰਮ ਹੈ। ਪਹੁਪ ਭਾਈ ਫੁੱਲਾਂ ਦੀ ਤਰ੍ਹਾਂ ਉਹ ਪਰਮੇਸ਼ਰ ਵਾਹਿਗੁਰੂ, ਪਹੁਪ ਨਾਮ ਹੈ ਫੁੱਲਾਂ ਦਾ, ਫੁੱਲਾਂ ਦੀ ਤਰ੍ਹਾਂ
ਉਹ ਪਰਮੇਸ਼ਰ ਵਾਹਿਗੁਰੂ ਸ਼ੁਭ ਗੁਣ ਭਰਦਾ ਹੈ ਤੇ ਸ਼ੁਭ ਗੁਣਾਂ ਦਾ ਜਿਵੇਂ ਧੁੱਪ ਚੜ੍ਹਦੀ ਇਵੇਂ ਪ੍ਰਕਾਸ਼ ਹਿਰਦੇ ਘਰ ਵਿੱਚ ਕਰ ਦਿੰਦਾ ਹੈ ਜੀ। ਰਾਚ ਪੰਕਜ ਮਹਿ ਲਿਓ ਨਿਵਾਸ। ਸੋ ਭਗਤ ਕਬੀਰ ਜੀ ਕਹਿੰਦੇ ਐਸੇ ਜਿਹੜੇ ਕਵਲ ਸਰੀਕੇ ਚਰਨਾਂ ਵਾਲਾ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਅਸੀਂ ਚਰਨਾਂ ਵਿੱਚ ਨਿਵਾਸ ਲਿਆ ਹੈ, ਉਹਦੀ ਕਿਰਪਾ ਸਦਕਾ। ਦਵਾਦਸ ਦਲ ਅਬ ਅੰਤਰ ਮੰਤ। ਕਹਿੰਦੇ ਦਵਾਦਸ 2 ਤੇ 10 12 ਦਲ ਪੱਤਰਿਆਂ ਵਾਲਾ ਜਿਹੜਾ ਇਹ ਹਿਰਦਾ ਹੈ ਨਾ, 12 ਪੱਤਰਿਆਂ ਵਾਲਾ, ਉਹਦੇ ਅੰਦਰ ਉਹ ਪਰਮੇਸ਼ਰ ਵਾਹਿਗੁਰੂ ਦੇ ਮੰਤਰ ਨੂੰ ਧਾਰਨ ਕਰਨਾ ਕਰੇ, ਸਤਨਾਮ ਗੁਰ ਮੰਤਰ ਨੂੰ। ਇਹ ਪੌੜੇ ਸ੍ਰੀ ਕਮਲਾ ਕੰਤ। ਜਿੱਥੇ ਹਿਰਦੇ ਘਰ ਵਿੱਚ ਗੁਰਮੁਖਾਂ ਦੇ ਹਿਰਦੇ ਘਰ ਵਿੱਚ ਪਰਮੇਸ਼ਰ ਵਾਹਿਗੁਰੂ ਵਿਰਾਜਮਾਨ ਹੋ ਰਿਹਾ ਹੈ ਜੀ। ਅਰਧ ਉਰਦ ਮੁਖ ਲਾਗੋ ਕਾਸ। ਮਹਾਰਾਜ ਉਹ ਪਰਮੇਸ਼ਰ ਵਾਹਿਗੁਰੂ ਕੈਸਾ ਹੈ, ਉਹਦਾ ਹੋਰ ਵਰਣਨ ਕਰੋ। ਤੁਸੀਂ ਤੇ ਪਰਮੇਸ਼ਰ ਨੂੰ ਇੱਕ ਦੇਸੀ ਦੱਸ ਦਿੱਤਾ, ਕਹਿੰਦੇ ਨਹੀਂ, ਅਰਧ ਉਰਦ ਮੁਖ ਲਾਗੋ ਕਾਸ। ਅਰਧ ਇੱਥੇ ਵੀ ਇਸ ਲੋਕ ਦੇ ਜਿਹੜੇ ਜੀਵ ਹਨ ਉਹਨਾਂ ਦੇ ਵਿੱਚ ਵੀ ਉਰਦ ਈਸ਼, ਈਸ਼ ਜੀਵ ਤੇ ਈਸ਼ ਦੀ ਅਭੇਦਤਾਈ ਨੂੰ ਖਤਮ ਕਰਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਆਪ ਹੈ। ਅਰਧ ਉਰਦ ਮੁਖ ਲਾਗੋ ਕਾਸ। ਅਰਧ ਫਿਰ ਭਾਈ ਆ ਲੋਕ ਤੇ ਉਰਦ ਪਰਲੋਕ, ਦੋਵਾਂ ਵਿੱਚ ਹੀ ਜਿਨ੍ਹਾਂ ਨੇ ਮੁਖ ਦੁਆਰਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਿਆ ਹੈ ਉਹਨਾਂ ਨੂੰ ਛਡਾਉਣ ਵਾਲਾ ਹੈ ਜੀ। ਸੋਨ ਮੰਡਲ ਮੈਂ ਕਰ ਪ੍ਰਗਾਸ। ਇਸ ਕਰਕੇ ਅਫੁਰ ਅਵਸਥਾ ਦੇ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਪ੍ਰਕਾਸ਼ ਕਰਦਾ ਹੈ ਜੀ। ਊਹਾ ਸੂਰਜ ਨਾਹੀ ਚੰਦ। ਸੋ ਜਗਿਆਸੂ ਪੁੱਛਣ ਲੱਗਾ ਜੀ ਉੱਥੇ ਸੂਰਜਾਂ ਦਾ ਬਹੁਤਾ ਪ੍ਰਕਾਸ਼ ਹੋਵੇਗਾ, ਫਿਰ ਤੁਸੀਂ ਕਹਿੰਦੇ ਜੇ ਲੋ ਹੈ, ਰੋਸ਼ਨੀ ਹੈ, ਬਿਜਲੀ ਹੈ, ਫਿਰ ਸੂਰਜ ਚੜੇ ਹੁੰਦੇ ਹੋਣਗੇ। ਜਿਵੇਂ ਆ ਰਾਧਾ ਸੁਆਮੀ ਵੀ ਦੱਸਦੇ ਨੇ, ਕਹਿੰਦੇ ਜੀ ਜਿਵੇਂ ਖਜੂਰ ਤੇ ਖਜੂਰਾਂ ਦੇ ਗੁੱਛੇ ਲੱਗੇ ਹੁੰਦੇ ਨੇ ਨਾ, ਇਵੇਂ ਉੱਥੇ ਸੂਰਜ ਜਿਹੜੇ ਖਜੂਰਾਂ ਵਾਂਗ ਲੱਗੇ ਹੋਏ ਨੇ, ਇਹੋ ਜਿਹਾ ਪ੍ਰਕਾਸ਼ ਉੱਥੇ ਦਿਖਦਾ ਹੈ। ਭਗਤ ਕਬੀਰ ਜੀ ਇਹਨਾਂ ਦਾ ਵੀ ਖੰਡਨ ਕਰ ਰਹੇ ਨੇ, ਕਹਿੰਦੇ ਭਾਈ ਓਹਾਂ ਸੂਰਜ ਨਾ ਹੀ ਚੰਦ, ਨਾ ਤੇ ਉੱਥੇ ਕੋਈ ਸੂਰਜ ਹੈ ਨਾ ਹੀ ਉੱਥੇ ਕੋਈ ਚੰਦਰਮਾ ਹੈ, ਫਿਰ ਹੈ ਕੀ ਜੀ। ਆਦ ਨਰੰਜਨ ਕਰੈ ਆਨੰਦ। ਸੋ ਆਦਿ ਸਰੂਪ ਪਰਮੇਸ਼ਰ ਵਾਹਿਗੁਰੂ ਜਿਹੜਾ ਸਾਰਿਆਂ ਦਾ ਮੁੱਢ ਹੈ, ਸੋ ਸਾਰੇ ਦੋਸ਼ਾਂ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਜੋ ਹੈ ਉੱਥੇ ਆਪ ਖੇਡ ਕਰਦਾ ਹੈ, ਆਨੰਦ ਕਰਦਾ ਹੈ ਗੁਰਮੁਖਾਂ ਦੇ ਹਿਰਦਿਆਂ ਵਿੱਚ, ਤੇ ਜੋਗੀਆਂ ਨੂੰ ਯੋਗਾ ਅਭਿਆਸ ਦੁਆਰਾ ਦਸਮ ਦੁਆਰ 'ਚ ਦਰਸ਼ਨ ਦੇ ਕਰਕੇ ਊਹਾ ਸੂਰਜ, ਉੱਥੇ ਭਾਈ ਸੂਰਜ ਪ੍ਰਕਾਸ਼ ਪਰਮੇਸ਼ਰ ਵਾਹਿਗੁਰੂ ਹੈ, ਨਾ ਹੀ ਚੰਦ। ਉੱਥੇ ਵਕਾਰਾਂ ਰੂਪੀ ਜਿਹੜੀ ਠੰਡਕ ਉਹ ਨਹੀਂ ਪਹੁੰਚਦੀ ਜੀ, ਕੇਵਲ ਪ੍ਰਕਾਸ਼ ਸਰੂਪ ਪਰਮੇਸ਼ਰ ਵਾਹਿਗੁਰੂ ਆਪ ਹੈ। ਸੋ ਬ੍ਰਹਮੰਡ ਪਿੰਡ ਸੋ ਜਾਨ। ਮਹਾਰਾਜ ਉਹ ਕੈਸਾ ਹੈ ਦੱਸੋ, ਕਹਿੰਦੇ ਜੋ ਪੂਰੇ ਬ੍ਰਹਮੰਡ 'ਚ ਪਸਰਿਆ ਹੋਇਆ ਉਹਨੂੰ ਪਿੰਡ ਸਰੀਰ 'ਚ ਜਾਣਨਾ ਕਰ ਆਪਣੇ ਵਿੱਚ। ਮਾਨ ਸਰੋਵਰ ਕਰ ਇਸ਼ਨਾਨ। ਸੋ ਮਾਨ ਸਰੋਵਰ ਕੀ ਹੈ, ਇਹ ਜੋ ਭਾਈ ਹਿਰਦਾ ਘਰ ਹੈ, ਇਹਦੇ ਦੁਆਰਾ ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਕੇ ਇਹਨੂੰ ਮਾਨ ਸਰੋਵਰ ਬਣਾ ਕਰਕੇ ਜਾਂ ਅਥਵਾ ਇਹ ਸਰੀਰ ਦੁਆਰਾ ਪਰਮੇਸ਼ਰ ਦੀ ਭਗਤੀ ਕਰਕੇ ਉਹਦੇ ਗਿਆਨ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਨਾ ਕਰ। ਮਾਨ ਸਰੋਵਰ ਹਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹਿਰਦੇ ਦੀ ਪ੍ਰੀਤੀ ਕਰਕੇ ਪਾਵਨ ਗੁਰਬਾਣੀ ਦੁਆਰਾ ਇਸ਼ਨਾਨ ਕਰਨਾ ਕਰ। ਸੋਹੰਗ ਸੋ ਜਾ ਕੋ ਹੈ ਜਾਪ। ਭਾਈ ਸੋਹੰਗ ਜਾਪ, ਸੋਹੰਗ ਦਾ ਜਾਪ ਜੋਗੀ ਜਨ ਪਹਿਲਿਆਂ ਸਮਿਆਂ 'ਚ ਕਰਦੇ ਸਨ, ਪਰ ਇਹ ਕੇਵਲ ਹੰਕਾਰ ਹੀ ਪੈਦਾ ਕਰਨ ਵਾਲਾ। ਜਿਵੇਂ ਇੱਕ ਭਾਈ ਹਰੀ ਸਿੰਘ ਜਿਹੜੇ ਕਿਸੇ ਮਹਾਤਮਾ ਦੀ ਸੰਗਤ ਵਿੱਚ ਪੈ ਕਰਕੇ ਇਹ ਜਾਪ ਕਰਨ ਲੱਗੇ, ਜਾਪ ਕਰਦਿਆਂ ਐਸੀ ਅਵਸਥਾ ਪ੍ਰਗਟ ਹੋਈ ਕਿ ਇਹਨਾਂ ਨੂੰ ਲੱਗਣ ਲੱਗਾ ਮੈਂ ਹੀ ਸਾਰੇ ਪਾਸੇ ਵਰਤ ਰਿਹਾ ਹਾਂ। ਉਸ ਸਮੇਂ ਕਹਿੰਦੇ ਸਮਾਧੀ 'ਚ ਬੈਠੇ ਹੋਏ ਨੂੰ ਨਿਆਣਿਆਂ ਨੇ ਆਣ ਕਰਕੇ ਘੇਰਾ ਪਾ ਲਿਆ, ਕਹਿੰਦੇ ਤੂੰ ਆਪਣੇ ਆਪ ਨੂੰ ਸੋਹੰਗ ਪਰਮੇਸ਼ਰ ਦੱਸਦਾ, ਲੈ ਸਾਡੇ ਕੋਲੋਂ ਛੁੱਟ ਕੇ ਵਿਖਾਲ। ਉਦੋਂ ਘਬਰਾ ਗਿਆ। ਫਿਰ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਮਹਾਂਪੁਰਖਾਂ ਦੀ ਸੰਗਤ 'ਚ ਆਇਆ, ਉਹਨਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਦੇ ਕਰਕੇ ਛਡਾਉਣਾ ਕੀਤਾ। ਕਹਿੰਦੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਦੇ ਐਸੇ ਜਾਪ ਨੂੰ ਕਰਨਾ ਕਰ ਜਾ ਕੋ ਲਿਪਤ ਨਾ ਹੋਏ ਪੁੰਨ ਅਰ ਪਾਪ। ਜਿਸ ਦੇ ਜਪਣੇ ਕਰਕੇ ਭਾਈ ਪੁੰਨ ਤੇ ਪਾਪ ਆਣ ਕਰਕੇ ਲੱਗਦੇ ਨਹੀਂ, ਲੇਪ ਨਹੀਂ ਲੱਗਦੇ। ਵਰਨ ਅਵਰਨ ਕਾਮ ਨਹੀਂ ਸ਼ਾਮ। ਵਰਨਾ ਤੇ ਅਵਰਨਾ ਦੀ ਜਿਹੜੀ ਕਲਪਨਾ ਕੀਤੀ ਹੋਈ ਛਾਇਆ ਇਹ ਲੱਗੇਗੀ ਨਹੀਂ। ਫਿਰ ਅਵਰਨਾ ਪਾਈਐ ਗੁਰ ਕੀ ਸਾਮ। ਕਹਿੰਦੇ ਹੋਰ ਕਿਸੇ ਤਰੀਕੇ ਦੇ ਨਾਲ ਗੁਰੂ ਕੀ ਜਿਹੜੀ ਭਾਈ ਬਖਸ਼ਿਸ਼ ਉਹ ਪ੍ਰਾਪਤ ਨਹੀਂ ਹੁੰਦੀ ਜੀ। ਤਾਰੀ ਨਾ ਟਰੈ ਆਵੈ ਨਾ ਜਾਏ। ਭਾਈ ਜਿਨ੍ਹਾਂ ਦੀ ਐਸੀ ਅਵਸਥਾ ਬਣ ਗਈ ਟਾਲੀ ਨਹੀਂ ਜਾਂਦੀ, ਫਿਰ ਨਾ ਉਹ ਆਉਂਦੇ ਤੇ ਨਾ
ਤਾਂ ਜਾਂਦੇ ਨੇ ਜਿਹੜੇ ਅਫੁਰ ਅਵਸਥਾ ਵਿੱਚ ਸਮਾ ਗਏ ਹਨ, ਜਿਨ੍ਹਾਂ ਦਾ ਅਜੱਪਾ ਜਾਪ ਚੱਲ ਪਿਆ ਹੈ, ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਉਹ ਟਾਲੇ ਨਹੀਂ ਜਾਂਦੇ, ਉਹ ਰੋਕੀ ਨਹੀਂ ਜਾ ਸਕਦੇ, ਨਾ ਫਿਰ ਉਹ ਆਉਂਦੇ ਤੇ ਜਾਂਦੇ ਨੇ, ਜੰਮਦੇ ਤੇ ਮਰਦੇ ਨਹੀਂ। ਕਿਉਂ ਜੀ? ਸੁਨ ਸਹਿਜ ਮੈਂ ਰਹੋ ਸਮਾਏ, ਉਹ ਅਫੁਰ ਅਵਸਥਾ ਦੇ ਵਿੱਚ ਸੁਤੇ ਸਮਾਏ ਹੋਏ ਹਨ, ਲੱਗੇ ਹੋਏ ਹਨ। ਮਨ ਮਧੇ ਜਾਣੈ ਜੇ ਕੋਏ, ਜੇ ਮਨ ਦੇ ਵਿੱਚ ਮੱਧੇ ਮਨ ਦੁਆਰਾ ਪਰਮੇਸ਼ਰ ਵਾਹਿਗੁਰੂ ਨੂੰ ਜਾਣਨਾ ਕਰੇ, ਜੋ ਬੋਲੇ ਸੋ ਆਪੈ ਹੋਏ। ਜਿਹੜੇ ਕਹਿੰਦੇ ਮਨ ਦੁਆਰਾ ਪਰਮੇਸ਼ਰ ਵਾਹਿਗੁਰੂ ਦੇ ਜਾਪ ਨੂੰ ਬੋਲਦੇ ਨੇ, ਉਹ ਆਪ ਉਹ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹੋ ਗਏ ਹਨ ਜੀ। ਜੋਤ ਮੰਤਰ ਮਨ ਆਸਥਿਰ ਕਰੈ, ਉਹਦੀ ਜੋਤ ਪਰਮੇਸ਼ਰ ਵਾਹਿਗੁਰੂ ਦੀ ਜੋਤੀ ਸਰੂਪ, ਉਹਨੂੰ ਜੋਤੀ ਸਰੂਪ ਜਾਣ ਕਰਕੇ ਚੇਤਨ ਸਤਾ ਦੁਆਰਾ ਉਹਦੇ ਮੰਤਰ ਨੂੰ ਜਪ ਕਰਕੇ ਇਹ ਜਿਹੜਾ ਭੱਜਾ ਫਿਰਦਾ ਮਨ ਹੈ ਇਹਨੂੰ ਟਕਾ ਲੈਂਦਾ ਹੈ ਜੋ ਭਾਈ। ਕਹਿ ਕਬੀਰ ਸੋ ਪ੍ਰਾਨੀ ਤਰੈ, ਸੋ ਭਗਤ ਕਬੀਰ ਜੀ ਕਹਿੰਦੇ, ਹੇ ਜਗਿਆਸੂ ਜਨ, ਉਹ ਪ੍ਰਾਣੀ ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ, ਉਹਨਾਂ ਦਾ ਉਧਾਰ ਹੋ ਜਾਂਦਾ ਹੈ ਜੀ।